चाहता कि असी अपनिया बाइबल और पेन कापियां करिए कि जो साडा अज का टॉपिक होगा वो मालिक की मर्जी की होगा टॉपिक सारे बोलो की टॉपिक अज का टॉपिक लिख लो। अज का साडा टॉपिक है मालिक की मर्जी, क्योंकि परमेश्वर का पवित्र वचन जिहड़ा इनू असीं पढ़ना है तो ये किसी इंसान की मर्जी नहीं गी, किसी मनुख की मर्जी कोई नहीं गी, सिर्फ किहदी मर्जी है? मालिक की मर्जी है। मालिक की मर्जी के अनुसार चलना सी। ते आओ देखिए असीं परमेश्वर के पवित्र वचन के विचों असीं कि अज का साडा टॉपिक चल रहा है मालिक की मर्जी। ते असीं देखना अज मत्ती दी इंजील दे विचों ते ओदा 20 बाब ओदा 1 तो लैके 16वीं आयत तक पढ़ के देखना। जिन्ना को बाइबल हैगी आ पढ़िए। मत्ती दी इंजील 20 दे आए ओदी 1 तो लैके 16 आयत तक पढ़ के ते फिर दा अगला हिस्सा देखते हैं कि अज दी जिहड़ा टॉपिक है यह है परमेश्वर की मर्जी। क्या मतलब कि मालिक की मर्जी। जे मालिक की मर्जी के अनुसार चलांगे तो प्रभु सानू बरकत देगा। ते जे असीं मालिक की मर्जी के अनुसार नहीं चलते तो प्रभु सानू कदी बरकत नहीं दे सकता, क्योंकि असीं मालिक की मर्जी के अनुसार चलना। पढ़ के देखिए जिन्हां को बाइबल हैगियां 1 तो लैके 16 आयत तक। मिल गया पढ़िए। मनप्रीत बारी बारी सारे पढ़ते पहले पढ़ो इस वचन पहला, क्योंकि ये वचन जिहड़ा वा सारे ने पढ़ना, अपने घरां विच भी जाके पढ़ना ते असीं अपने एक मालिक वर्गा है। बैक थोड़ा उठा ले। स्वर्ग दा राज दा एक घर दे मालिक वर्गा है, जेड़ा तड़के घरों निकलिया भाई अपने अंतरी बाग विच मजदूर लावे अते जां ਉਹਨੇ ਮਜ਼ਦੂਰਾਂ ਨਾਲ ਇੱਕ ਅਠਿਆਨੀ ਦਿਹਾੜੀ ਚੁਕਾ ਲਈ ਤਾਂ ਉਹਨਾਂ ਨੂੰ ਆਪਣੇ ਬਾਗ ਵਿੱਚ ਘਾਲ
ਹਾਲੇਲੂਇਆ ਹਾਲੇਲੂਇਆ। ਆਪਣੀ ਤੁਸੀਂ ਹੁਣ ਇੱਕ ਮਿੰਟ ਬੈਠ ਲਓ। ਇਹ ਖਿਆਲ ਕਰਨਾ ਤੁਸੀਂ, ਮੈਂ ਤੁਹਾਡੇ ਬਾਰੇ ਅੱਜ ਕੁਝ ਪ੍ਰਭੂ ਨੇ ਵਚਨ ਦਿੱਤਾ ਹੈ ਕਿ ਅਸੀਂ ਕੀ ਕਰਨਾ। ਇੱਥੇ ਇੱਕ ਮਾਲਕ ਦੇ ਬਾਰੇ ਦੇਖ ਰਹੇ ਹਾਂ। ਕਿਹਦੇ ਬਾਰੇ ਦੇਖ ਰਹੇ ਹਾਂ? ਇੱਥੇ ਅਸੀਂ 4 ਟੀਮਾਂ ਦੇਖਣੀਆਂ। ਅੱਜ ਕਿੰਨੀਆਂ ਟੀਮਾਂ ਦੇਖਣੀਆਂ ਹੈ? ਇੱਥੇ 4 ਟੀਮਾਂ ਵਾ, ਇੱਕ ਟੀਮ ਨਹੀਂ ਗੀ। ਇਹ ਖਿਆਲ ਕਰਨਾ ਤੁਸੀਂ। ਇੱਕ ਟੀਮ ਹੈਗੀ ਆ 6 ਵਜੇ ਤੋਂ ਲੈ ਕੇ 9 ਵਜੇ ਤੱਕ ਲੱਗੀ ਹੈ। ਕਿੰਨੇ ਵਜੇ ਕੰਮ ਤੇ ਆਈ ਆ? 6 ਵਜੇ। ਪਿਛਲੇ ਸਮੇਂ ਦੇ ਵਿੱਚ ਯਿਸੂ ਮਸੀਹ ਦੇ ਸਮੇਂ ਵਿੱਚ 12 ਘੰਟੇ ਡਿਊਟੀ ਚੱਲਦੀ ਸੀ। ਕਿੰਨੇ ਘੰਟੇ ਚੱਲਦੀ ਸੀ? 12 ਘੰਟੇ ਡਿਊਟੀ ਚੱਲਦੀ ਸੀ। ਖਿਆਲ ਕਰਨਾ ਕਿ ਇੱਕ ਟੀਮ ਜਿਹੜੀ ਆ ਪਹਿਲੇ ਸਮੇਂ ਜਦੋਂ ਯਿਸੂ ਮਸੀਹ ਮਾਲਕ ਬਾਹਰ ਗਿਆ ਤੇ ਮਾਲਕ ਨੇ ਕੀ ਵੇਖਿਆ ਕਿ ਕੁਝ ਮਜ਼ਦੂਰ ਉੱਥੇ ਲੱਗੇ ਹੋਏ ਆ ਆਪਣੇ ਚੌਂਕ ਵਿੱਚ, ਲੇਬਰ ਚੌਂਕ ਵਿੱਚ ਖੜੇ ਆ ਤੇ ਉਹਨਾਂ ਨੂੰ ਉਹਨੇ ਆਪਣੇ ਬਾਗ ਦੇ ਵਿੱਚ ਕੰਮ ਕਰਨ ਵਾਸਤੇ ਲਾਇਆ। ਕੁਝ ਸਮੇਂ ਦੇ ਬਾਅਦ ਕਹਿੰਦਾ ਮਤਲਬ ਕਿ 6 ਤੋਂ 9 ਵਜੇ ਤੱਕ ਇੱਕ ਟੀਮ ਲੱਗੀ ਹੈ। 6 ਤੋਂ 9 ਇੱਕ ਟੀਮ ਜਿਹੜੀ ਕੰਮ ਕਰਨਾ ਸ਼ੁਰੂ ਹੋ ਗਈ ਹੈ ਤੇ ਉਹਦੇ ਅੱਗੇ ਤੁਸੀਂ ਚੱਲਣਾ ਕਿ 9 ਤੋਂ ਫਿਰ 12 ਵਜੇ ਤੱਕ ਇੱਕ ਟੀਮ ਸ਼ੁਰੂ ਹੋ ਗਈ ਆ ਤੇ 12 ਤੋਂ 3 ਵਜੇ ਤੱਕ ਇੱਕ ਟੀਮ ਹੋ ਗਈ ਆ ਤੇ 3 ਤੋਂ ਫਿਰ ਇੱਕ ਟੀਮ 6 ਵਜੇ ਤੱਕ ਸ਼ੁਰੂ ਹੋਈ ਹੈ। 4 ਟੀਮਾਂ ਕੰਮ ਕਰ ਰਹੀਆਂ। ਕਿੰਨੀਆਂ ਟੀਮਾਂ ਕਰਦੀਆਂ ਕੰਮ ਇੱਥੇ? 4 ਟੀਮਾਂ ਕੰਮ ਕਰ ਰਹੀਆਂ। ਤੁਸੀਂ ਖਿਆਲ ਕਰਨਾ ਕਿ ਹੁਣ ਪਹਿਲੀ ਟੀਮ ਜਿਹੜੀ ਹੈ, ਪਹਿਲੀ ਟੀਮ ਨੇ 6 ਵਜੇ ਤੋਂ ਲੈ ਕੇ ਤੇ ਫਿਰ 6 ਵਜੇ ਤੱਕ ਕੀਤਾ ਹੈ, ਕੰਮ ਕੀਤਾ ਹੈ। ਤੇ ਕੀ ਤੁਸੀਂ ਖਿਆਲ ਕਰੋ ਉਹਨਾਂ ਦੀ ਦਿਹਾੜੀ ਵੱਧ ਨਹੀਂ ਬਣਦੀ? ਬੋਲੋ ਬੋਲੋ ਜਲਦੀ ਬੋਲਣਾ ਤੁਸੀਂ। ਹੁਣ ਸਿੱਖ ਲਿਆ, ਪੜ੍ਹੀਏ ਮਨੀ ਭਲਾ ਜਲਦੀ ਕਰਕੇ। ਪਹਿਲੀ ਆਤਮ ਸਵਰਗ ਦਾ ਰਾਜ ਤਾਂ ਇੱਕ ਮਾਲਕ ਦੇ ਘਰ ਵਰਗਾ ਹੈ। ਇਹ ਸਵਰਗ ਦਾ ਰਾਜ ਕਿਦਾਂ ਦਾ? ਤੁਸੀਂ ਖਿਆਲ ਕਰਨਾ, ਮੈਂ ਤੁਹਾਨੂੰ ਸਵਰਗ ਵਿੱਚ ਲੈ ਕੇ ਚੱਲਿਆ ਅੱਜ, ਕਿਉਂਕਿ ਅਸੀਂ ਧਰਤੀ ਤੇ ਘੁੰਮਣ ਦੇ ਆ। ਧਰਤੀ ਤੇ ਨਹੀਂ ਘੁੰਮਣਾ, ਅਸੀਂ ਸਵਰਗ ਦੇ ਰਾਜ ਵਿੱਚ ਜਾਣਾ ਹੈ। ਇੱਥੇ ਕਿਦਾਂ ਦਾ ਕਿਹਦਾ ਕੰਮ ਹੈ? ਮਾਲਕ ਦਾ ਕਿਦਾਂ ਦਾ ਘਰ ਹੈ? ਸਵਰਗ ਦੇ। ਪੜ੍ਹੀਏ ਦੁਬਾਰਾ ਇਹਨੂੰ। ਸਵਰਗ ਦਾ ਰਾਜ ਤਾਂ ਇੱਕ ਘਰ ਦੇ ਮਾਲਕ ਵਰਗਾ ਹੈ। ਸਵਰਗ ਦਾ ਰਾਜ ਜਿਹੜਾ ਹੈ ਇੱਕ ਘਰ ਦੇ ਮਾਲਕ ਵਰਗਾ। ਫਿਰ ਧਿਆਨ ਕਰਨਾ, ਪੜ੍ਹੀਏ ਅੱਗੇ। ਜਿਹੜਾ ਤੜਕੇ ਘਰੋਂ ਨਿਕਲਿਆ। ਇਹ ਕਿੰਨੇ ਵਜੇ ਨਿਕਲਿਆ ਜੀ? ਤੜਕੇ ਕਿਹਨੂੰ ਕਿਹਾ ਜਾਂਦਾ ਹੈ? ਹੁਣ ਵੀ ਤੜਕੇ ਹੀ ਆ ਨਾ। ਦੂਜੀ ਟੀਮ ਦਾ ਟਾਈਮ ਹਾਂ, ਦੂਜੀ ਟੀਮ ਦਾ ਟਾਈਮ ਖਿਆਲ ਕਰੋ। ਹੁਣ ਵੀ ਕੀ ਆ? ਦੂਜੀ ਟੀਮ ਆਉਣ ਵਾਲੀ ਆ, ਉਹ ਵੀ ਆ ਜਿਹੜੀ ਆ। ਇੱਕ ਬਾਅਦ ਵੀ ਆਉਣੀ ਆ, ਉਹ ਇੱਕ ਉਦੋਂ ਬਾਅਦ ਵੀ ਆਉਣੀ ਆ। 4 ਟੀਮਾਂ ਸਾਡੇ ਚਰਚ ਵਿੱਚ ਹੋ ਜਾਂਦੀਆਂ ਹੈ। ਖਿਆਲ ਕਰਨਾ ਤੁਸੀਂ। ਇਹ ਪਹਿਲੀ ਤੜਕ ਵਾਲੀ ਟੀਮ ਜਿਹੜੀ ਪਹਿਲਾਂ ਪਹੁੰਚ ਗਈ ਹੈ ਤੇ ਹੁਣ ਟੀਮ ਕਿੰਨੀ ਵਾਲੀ ਹੋਣੀ ਹੈ? ਹਾਲੇਲੂਇਆ। ਹੁਣ ਦੁਪਹਿਰ ਵਾਲੀ ਟੀਮ ਆਉਣੀ ਹੈ। ਜੇ ਆਉਣੀ ਹੈ ਤੇ ਖਿਆਲ ਕਰੋ ਨਾ ਉਹ ਤੇ ਗੱਲ ਕਰਿਓ ਤੁਸੀਂ, ਕਿਉਂਕਿ ਟੀਮ ਅਜੇ ਆਉਣੀ ਆ। ਇਹ ਪਹਿਲੀ ਟੀਮ ਜਿਹੜੀ ਆ ਤੜਕੇ ਨਿਕਲੀ ਆ, ਤੜਕੇ ਚੌਂਕ ਵਿੱਚ ਆਈ ਆ ਤੇ ਮਾਲਕ ਜਿਹੜਾ ਹੈ ਤੜਕਸਾਰ ਚੌਂਕ ਵਿੱਚ ਗਿਆ ਹੈ। ਕਿੱਥੇ ਗਿਆ? ਉਹਦੇ ਬਾਗ ਵਿੱਚ ਕੰਮ ਕਰਨਾ ਸੀਗਾ। ਉਹਦੇ ਬਾਗ ਵਿੱਚ ਕੀ ਕਰਨਾ ਸੀਗਾ? ਕੰਮ ਕਰਨਾ ਸੀ। ਕੰਮ ਵਾਸਤੇ ਉਹਨੇ ਲੇਬਰ ਜਿਹੜੀ ਉਹਨੂੰ ਚਾਹੀਦੀ ਸੀ, ਲੇਬਰ ਲੈਣ ਵਾਸਤੇ ਗਿਆ ਤੇ ਕੁਝ ਲੋਕ ਜਿਹੜੇ ਸੀਗੇ ਉਹ ਚੌਂਕ ਦੇ ਵਿੱਚ ਖੜੇ ਹੈ। ਚੌਂਕ ਦੇ ਵਿੱਚ ਖੜੇ ਆ। ਉਹਨੇ ਜਿੰਨੇ ਉਹ ਚੌਂਕ ਦੇ ਵਿੱਚ ਖੜੇ ਸੀ ਸਾਰਿਆਂ ਨੂੰ ਆਪਣੇ ਕਿੱਥੇ ਲਿਆਂਦਾ? ਉਹਨੇ ਬਾਗ ਦੇ ਵਿੱਚ। ਕਹਿੰਦਾ ਤੁਸੀਂ ਬਾਗ ਦੇ ਵਿੱਚ ਚਲੇ ਜਾਓ। ਕੁਝ ਸਮੇਂ ਦੇ ਬਾਅਦ ਫਿਰ ਮਾਲਕ ਜਦੋਂ ਬਾਹਰ ਨਿਕਲਿਆ ਤੇ ਕੁਝ ਫਿਰ ਉਸੇ ਚੌਂਕ ਵਿੱਚ ਆ ਖੜੇ ਹੈ ਤੇ ਉਹਨਾਂ ਨੇ ਕਿਹਾ ਤੁਸੀਂ ਇੱਥੇ ਕੀ ਕਰਦੇ ਵੇਲੇ? ਕਹਿੰਦਾ ਵੀ ਚਲੋ ਬਾਗ ਵਿੱਚ ਤੁਸੀਂ ਵੀ ਕਰੋ, ਕੰਮ ਕਰੋ। 2 ਟੀਮਾਂ ਹੋ ਗਈਆਂ, ਠੀਕ ਆ ਨਾ। ਇੱਕ ਫਿਰ ਥੋੜੇ ਸਮੇਂ ਦੇ ਬਾਅਦ ਇੱਕ ਟੀਮ ਹੋਰ ਨੂੰ ਲੈਣ ਗਿਆ। ਜਦੋਂ ਫਿਰ ਬਾਹਰ ਨਿਕਲਿਆ ਇੱਕ ਟੀਮ ਫਿਰ ਉੱਥੇ ਖੜੀ ਹੈ ਤੇ ਫਿਰ ਉਹਨਾਂ ਨੂੰ ਕਹਿੰਦਾ ਤੁਸੀਂ ਇੱਥੇ ਕਿਉਂ ਖੜੇ ਜੋ? ਉਹ ਕਹਿੰਦੇ ਸਾਨੂੰ ਸਵੇਰ ਤੱਕ ਕਹਿੰਦੇ ਕੰਮ ਤੇ ਖੜਿਆ ਹੀ ਨਹੀਂ। ਕਹਿੰਦਾ ਤੁਸੀਂ ਬਾਗ ਵਿੱਚ ਕੀ ਕਰੋ? ਜਾ ਕੇ ਕੰਮ ਕਰੋ। ਹੁਣ ਇੱਕ ਟੀਮ ਹੋਰ ਚਲੀ ਗਈ, ਰਹਿੰਦੀ ਹੈ ਜੇ। ਥੋੜੇ ਸਮੇਂ ਦੇ ਬਾਅਦ ਮਾਲਕ ਫਿਰ ਜਦੋਂ ਬਾਹਰ ਗਿਆ ਤੇ ਉਹ ਚੌਥੀ ਟੀਮ ਨੂੰ ਵੀ ਆਪਣੇ ਕੋਲ ਲੈਂਦਾ। ਉਹਨੇ ਕਿੱਥੇ ਲਿਆਂਦਾ? ਬਾਗ ਵਿੱਚ ਕੰਮ ਕਰਨ ਵਾਸਤੇ ਲਾਤਾ। ਉਹ ਕਿਦੋਂ ਗਿਆ ਸੀਗਾ? ਇੱਕੋ ਹੀ ਘੰਟਾ ਰਹਿੰਦਾ ਸੀ। ਕਹਿੰਦਾ ਮਤਲਬ ਕਿ 5 ਵਜੇ ਜਾ ਕੇ ਫਿਰ ਵੇਖਿਆ ਚੌਂਕ ਵਿੱਚ ਤੇ ਬੰਦੇ ਕੁਝ ਖੜੇ ਤੇ ਉਹਨਾਂ ਨੇ ਵੀ ਕੀ ਕੀਤਾ? ਉਹਨਾਂ ਨੇ ਚੌਂਕ ਦੇ ਆਪਣੇ ਬਾਗ ਦੇ ਵਿੱਚ ਲਿਆਂਦਾ। ਬਾਗ ਦੇ ਵਿੱਚ ਲਿਆ ਕੇ ਤੇ ਉਹਨਾਂ ਨੂੰ ਕੰਮ ਤੇ ਲਾਤਾ। ਸਵੇਰੇ ਤੜਕੇ 6 ਵਜੇ ਤੋਂ ਲੱਗੇ ਤੇ ਸ਼ਾਮ ਦੇ 6 ਵਜੇ ਤੱਕ 4 ਟੀਮਾਂ ਹੋ ਗਿਆ ਇੱਕ ਦਿਨ ਦੇ ਵਿੱਚ ਕੰਮ ਕਰਨ ਵਾਲੀਆਂ। ਤੁਸੀਂ ਖਿਆਲ ਕਰਨਾ ਕਿ ਮੈਂ ਤੁਹਾਨੂੰ ਸਵਰਗ ਵਿੱਚ ਲੈ ਕੇ ਜਾ ਰਿਹਾ। ਅਸੀਂ ਧਰਤੀ ਤੇ ਬਹੁਤ ਕੁਝ ਕਰਦੇ ਹਾਂ ਪਰ ਸਵਰਗ ਵਿੱਚ ਜਾ ਕੇ ਵੇਖੀਏ। ਜਦੋਂ ਉਸ ਮਾਲਕ ਨੇ ਵੇਖਿਆ ਕਿ ਹੁਣ ਇਹਦਾ 6 ਵੱਜ ਗਏ ਆ, ਸ਼ਾਮ ਦੇ 6 ਵੱਜ ਗਏ, ਉਹਨੇ ਆਪਣੇ ਇੱਕ ਨੌਕਰ ਨੂੰ ਕਿਹਾ ਕਿ ਜਾ ਉਹਨਾਂ ਨੂੰ ਸੱਦ ਕੇ ਲਿਆ। ਸਾਰੇ ਬੰਦਿਆਂ ਨੂੰ, ਜਿੰਨੇ ਲੇਬਰ ਦੇ ਬੰਦੇ ਇਕੱਠੇ ਕਰੀਏ, ਮਜ਼ਦੂਰਾਂ ਨੂੰ ਤੇ ਉਹਨਾਂ ਦੀ ਦੇਈਏ, ਸ਼ਾਮ ਨੂੰ ਮਜ਼ਦੂਰੀ ਦੇਈਏ। ਜਦੋਂ ਸ਼ਾਮ ਨੂੰ ਮਜ਼ਦੂਰੀ ਦੇਣ ਲੱਗੇ ਤੇ ਫੇਰ ਕੀ ਹੋਇਆ ਭਲਾ? ਜਿਹੜੀ ਪਹਿਲੀ ਟੀਮ ਸੀਗੀ ਉਹ ਪੁਰਕਾਰਨ ਲੱਗੀ। ਨਹੀਂ, ਜਦੋਂ ਸ਼ਾਮ ਨੂੰ ਮਜ਼ਦੂਰੀ ਦੇਣ ਲੱਗੇ ਤੇ ਕੀ ਹੋਇਆ ਸੀਗਾ? ਸਾਰਿਆਂ ਨੂੰ ਵੇਖੋ ਧਿਆਨ ਕਰੋ ਤੁਸੀਂ। ਜਦੋਂ ਸ਼ਾਮ ਨੂੰ ਮਜ਼ਦੂਰੀ ਦੇਣ ਲੱਗੇ ਕੀ ਹੋਇਆ ਸੀਗਾ? ਪਹਿਲਾਂ ਸਭ ਤੋਂ ਮਜ਼ਦੂਰੀ ਕਿਹਨੂੰ ਮਿਲੀ?
ਪਿਛਲਿਆਂ ਨੂੰ ਸੱਦਿਆ ਪਹਿਲਾਂ ਜਿਹੜੇ ਸਭ ਤੋਂ ਮਗਰੋਂ ਆਏ ਸੀਗੇ ਉਹਨਾਂ ਨੂੰ ਕੀ ਦਿੱਤੀ ਉਹਨੇ? ਮਜ਼ਦੂਰੀ ਦਿੱਤੀ। ਤੇ ਜਿਹੜੇ ਸਭ ਤੋਂ ਪਹਿਲਾਂ ਆਏ ਸੀਗੇ ਉਹਨਾਂ ਨੂੰ ਕਿਉਂ ਨਹੀਂ ਮਜ਼ਦੂਰੀ ਦਿੱਤੀ? ਉਹਨੇ ਪਹਿਲਾਂ ਹੱਕ ਨਹੀਂ ਬਣਦਾ ਉਹਨਾਂ ਦਾ? ਬੋਲੋ, ਹੱਕ ਬਣਦਾ ਕਿ ਨਹੀਂ ਬਣਦਾ ਭਾਈ ਤਰਸੇਮ ਜੀ? ਜੋ ਪਹਿਲਾਂ ਆਏ ਸੀਗੇ ਉਹਨਾਂ ਨੂੰ ਪਹਿਲਾਂ ਤੋੜਨਾ ਚਾਹੀਦਾ ਸੀ, ਜਿਹੜੇ ਬਾਅਦ ਵਿੱਚ ਆਏ ਉਹਨਾਂ ਨੂੰ ਬਾਅਦ ਵਿੱਚ ਤੋੜਨਾ ਚਾਹੀਦਾ। ਪਰ ਮਾਲਕ ਨੇ ਇਹਦਾ ਕਿਉਂ ਕੀਤਾ? ਕਿਉਂਕਿ ਉਹਨਾਂ ਨੇ ਪਹਿਲਾਂ ਉਠਿਆਨੀ ਚੁਕਾਈ ਹੋਈ ਸੀ ਉਹਦੇ ਮਾਲਕਾਂ ਨਾਲ ਕਰਦੇ। ਇਹ ਮੈਂ ਗੱਲ ਨਹੀਂ ਪੁੱਛ ਰਿਹਾ, ਇਹ ਠਿਆਣੀ ਸਾਰਿਆਂ ਨੇ ਝੁਕਾਈ ਸੀ। ਮੇਰੇ ਕਹਿਣ ਦਾ ਮਤਲਬ ਕਿ ਇੱਕ ਬੰਦੇ ਸਵੇਰੇ 6 ਵਜੇ ਤੋਂ ਕੰਮ ਤੇ ਲੱਗੇ ਆ, ਇੱਕ 5 ਵਜੇ ਕੰਮ ਤੇ ਆਣ ਕੇ 1 ਘੰਟਾ ਕੰਮ ਕੀਤਾ ਉਹਨਾਂ ਨੇ, ਤੇ ਮਾਲਕ ਨੇ ਤੋਰਿਆ ਕਿਹਨੂੰ ਪਹਿਲਾਂ? ਜਿਹੜੇ ਸਭ ਤੋਂ ਮਗਰੋਂ ਆਏ ਸੀਗੇ, ਜਿਹੜੇ ਸਭ ਤੋਂ ਪਹਿਲੇ ਸੀਗੇ, ਉਹਨਾਂ ਨੂੰ ਕਿਉਂ ਨਹੀਂ ਤੋਰਿਆ ਉਹਨੇ? ਤੁਸੀਂ ਇਹਦਾ ਸਵਾਲ ਦਾ ਜਵਾਬ ਦੇਣਾ ਮੈਨੂੰ ਜਲਦੀ ਜਲਦੀ। ਉਹ ਮਾਲਕ ਦੀ ਮਰਜ਼ੀ ਸੀਗੇ ਹੈ, ਮਾਲਕ ਦੀ ਮਰਜ਼ੀ ਆ। ਮਾਲਕ ਨੇ ਕੁਝ ਗਲਤ ਵਿਆਹ ਤੇ ਨਹੀਂ ਕੀਤਾ ਉਹਨਾਂ ਨਾਲ? ਨਹੀਂ ਕੀਤਾ ਹੋਵੇਗਾ, ਤੁਸੀਂ ਝੂਠ ਬੋਲਦੇ ਹੋ। ਨਹੀਂ ਕੀਤਾ। ਉਹਦਾ ਮੁਕਾ ਕੇ ਕਿਉਂਕਿ ਲਿਆ ਉਹਨਾਂ ਦਾ ਮਕਾਈ ਲਿਆ ਸੀਗਾ। ਹਾਂ। ਦਿਹਾੜੀ ਦੀ ਖਾਲੀ ਦੇਣੀ। ਕਿੰਨੀ ਦਿਹਾੜੀ ਦੇਣੀ ਉਹਨੇ? ਭਾਈ ਤਰਸੇਮ ਜੀ 50 ਪੈਸੇ 50 ਪੈਸੇ ਦੇਣੇ ਨਾ ਇੱਕ ਦੌਰਾਨ ਆ, 50 ਪੈਸੇ ਦੇਣੇ ਉਹਨਾਂ ਨੂੰ ਇੱਕ ਦੌਰਾਨ ਦੀ। ਉਹਨਾਂ ਨੇ ਗੱਲ ਟੁੱਕ ਲਈ ਕਿ ਤੁਹਾਨੂੰ ਇੱਕ ਦੌਰਾਨ ਜਿਹੜਾ ਸਾਰਿਆਂ ਨੂੰ ਮੈਂ ਕੀ ਆ ਦੇਣਾ ਹੈ। ਪਰ ਜਿਹੜੇ ਪਹਿਲੇ ਆਏ ਸੀਗੇ ਉਹਨਾਂ ਨੇ ਕਿਉਂ ਚਿੜ ਕੀਤੀ? ਉਹਨਾਂ ਕਿਹਾ ਜਿਹੜੇ ਪਿਛਲੇ ਆਏ ਉਹਨਾਂ ਨੂੰ ਵੀ ਸਾਡੇ ਬਰਾਬਰ ਹੀ ਦੇਣੀ। ਇਹ ਤੁਸੀਂ ਆਪਣੇ ਘਰ ਜਾ ਕੇ ਇਹਦਾ ਅੰਤਰ ਕਰਨਾ ਹੈ। ਜਿਹੜੇ ਪਹਿਲੇ ਆਏ ਸੀ ਉਹਨਾਂ ਕਿਉਂ ਮਗਰਲਿਆਂ ਨਾਲ ਕਿਉਂ ਚਿੜ ਕੀਤੀ? ਕਿਉਂ, ਕਾਹਦੇ ਵਾਸਤੇ? ਵੀ ਉਹਨਾਂ ਨੂੰ ਵੀ ਮਜ਼ਦੂਰੀ ਸਾਡੇ ਬਰਾਬਰ ਕਿਉਂ ਦਿੱਤੀ ਗਈ ਹੈ? ਕਿਉਂ ਦਿੱਤੀ ਗਈ ਆ? ਦੇਣੀ ਚਾਹੀਦੀ ਸੀ। ਹੈ ਨਾ, ਵੀ ਸਾਡੀ ਵੱਧ ਹੋਣੀ ਚਾਹੀਦੀ, ਉਹਨਾਂ ਦੀ ਘੱਟ ਹੋਣੀ ਚਾਹੀਦੀ। ਸਾਡਾ ਰੁਪਈਆ ਸੀ ਤੇ ਉਹਨਾਂ ਦੇ ਕਿੰਨੇ ਹੋਣੇ ਚਾਹੀਦੇ ਸੀ? 1 ਰੁਪਏ ਦੇ ਕਿੰਨੀਆਂ ਚਵਾਨੀਆਂ ਹੁੰਦੀਆਂ? 4 ਹੁੰਦੀਆਂ ਨਾ। ਤੇ ਉਹਨਾਂ ਦਾ ਮਤਲਬ ਇਹ ਸੀਗਾ ਕਿ ਇੱਕ ਚਵਾਨੀ ਦਿੱਤੀ ਜਾਂਦੀ, ਇਹਨਾਂ ਨੂੰ ਸਾਨੂੰ 75 ਪੈਸੇ ਮਿਲਣੇ ਚਾਹੀਦੇ ਸੀ, ਸਾਨੂੰ ਇਹਨਾਂ ਤੋਂ ਵੱਧ ਮਿਲਣੇ ਚਾਹੀਦੇ ਸੀ, ਸਾਡੀ ਵੱਧ ਦਿਹਾੜੀ ਹੋਣੀ ਚਾਹੀਦੀ ਸੀ। ਪਰ ਮੈਂ ਤੁਹਾਨੂੰ ਗੱਲ ਕੋਈ ਯਾਦ ਕਰਾਉਣਾ ਕਿ ਸਵਰਗ ਦੇ ਰਾਜ ਵਿੱਚ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਭਲਾ ਅਸੀਂ ਪੱਖਪਾਤ ਕਰਦੇ ਹਾਂ। ਇਹਨੂੰ ਦੁਬਾਰਾ ਪੜ੍ਹ ਕੇ ਵੇਖੀਏ, ਰਿਪੀਟ ਕਰੀਏ ਦੁਬਾਰਾ ਇਸ ਤਰ੍ਹਾਂ ਜਲਦੀ ਜਲਦੀ। ਸਵਰਗ ਦਾ ਰਾਜ ਤਾਂ ਇੱਕ ਘਰ ਦੇ ਮਾਲਕ ਵਰਗਾ ਹੈ। ਸਵਰਗ ਦਾ ਰਾਜ ਘਰ ਦੇ ਮਾਲਕ ਵਰਗਾ। ਫੇਰ ਕੀ ਹੋਇਆ? ਜਿਹੜਾ ਤੜਕੇ ਘਰੋਂ ਨਿਕਲਿਆ, ਜਿਹੜਾ ਤੜਕੇ ਸਾਰ ਘਰੋਂ ਨਿਕਲਿਆ, ਕੋਈ ਆਪਣੇ ਅੰਗੂਰੀ ਬਾਗ ਵਿੱਚ ਮਜ਼ਦੂਰ ਲਾਵੇ। ਆਪਣੇ ਅੰਗੂਰੀ ਬਾਗ ਵਿੱਚ ਕੀ ਲਾਵੇ? ਉਹ ਕਾਰੋਬਾਰ ਵਾਸਤੇ, ਕੰਮ ਵਾਸਤੇ ਲੇਬਰ ਲਾਵੇ। ਫੇਰ ਅੱਗੇ ਅਤੇ ਜਾਂ ਉਹਨੇ ਮਜ਼ਦੂਰਾਂ ਨਾਲ ਇੱਕ ਅਠਿਆਨੀ ਦਿਹਾੜੀ ਚੁਕਾ ਲਈ। ਕਿੰਨੀ ਦਿਹਾੜੀ ਚੁਕਾਈ ਉਹਨਾਂ ਨੇ? ਇੱਕ ਅਠਿਆਨੀ। ਪਹਿਲੇ ਗਰੁੱਪ ਨਾਲ ਵੀ ਠਰਾ ਲਿਆ, ਫਿਰ ਦੂਜੇ ਨਾਲ ਵੀ ਠਰਾ ਲਈ, ਫਿਰ ਤੀਜੇ ਨਾਲ ਵੀ ਠਰਾ ਲਈ, ਤੇ ਚੌਥੇ ਨਾਲ ਵੀ ਠਰਾ ਲਈ। ਹੈ ਨਾ। ਹੁਣ ਤੁਸੀਂ ਖਿਆਲ ਕਰੋ ਕਿ ਉਸ ਮਾਲਕ ਨੇ ਕੀ ਇਨਸਾਫੀ ਕੀਤੀ, ਬੇਇਨਸਾਫੀ ਕਿਹੜੀ ਕੀਤੀ ਤੇ ਇਨਸਾਫੀ ਕਿਹੜੀ ਕੀਤੀ ਉਹਨਾਂ ਦੇ ਨਾਲ? ਕਿਉਂਕਿ ਉਹ ਇੱਕ ਮਾਲਕ ਵਾ, ਉਹ ਕਹਿ ਰਿਹਾ ਕਿ ਮੈਂ ਮਾਲਕ ਹਾਂ। ਜਿਹੜੇ ਪਹਿਲੇ ਆਏ ਸੀਗੇ ਉਹਨਾਂ ਨੇ ਆਪਣੇ ਵਿੱਚ, ਜਿਹੜੇ ਬਾਅਦ ਵਿੱਚ ਆਏ ਸੀ ਉਹਨਾਂ ਨੇ ਈਰਖਾ ਕਰਨੀ ਸ਼ੁਰੂ ਕਰਤੀ, ਜਾਂ ਮਾਲਕ ਨੇ ਈਰਖਾ ਕਰਨੀ ਸ਼ੁਰੂ ਕਰਤੀ। ਕਿਉਂ ਕੀਤੀ ਭਲਾ ਉਹਨਾਂ ਨੇ? ਕਿ ਸਾਡੀ ਮਜ਼ਦੂਰੀ ਵੱਧ ਹੋਣੀ ਚਾਹੀਦੀ ਇਸ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੇ ਆ, ਤੇ ਵੈਸੇ ਹੋਣੀ ਵੀ ਚਾਹੀਦੀ ਸੀ। ਨਹੀਂ, ਉਹ ਪਹਿਲੇ ਹੀ ਮੁਕਾ ਲਏ। ਉਹ ਤਾਂ ਜਦੋਂ ਮੁੱਕੀ ਗਿਆ ਉਹਨੂੰ ਪਤਾ ਹੀ ਨਹੀਂ ਦਿਆ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਕਿਹੜੀ ਇਸ ਤਰੀਕੇ ਨਾਲ ਸਾਡੇ ਦਿਲ 'ਚ ਵੀ ਆਉਂਦਾ ਹੈ? ਆਉਂਦਾ ਕਿ ਨਹੀਂ ਆਉਂਦਾ? ਕਿ ਅਸੀਂ ਅੱਜ ਤੋਂ 10 ਸਾਲ ਪਹਿਲਾਂ ਹੀ ਲੱਗਿਆ ਤੇ ਇੱਕ 2 ਸਾਲ ਤੋਂ ਬੰਦਾ ਆਣ ਕੇ ਚਰਚ ਵਿੱਚ ਕੰਮ ਕਰਨਾ ਸ਼ੁਰੂ ਕਰਤਾ ਹੈ। ਤੇਰੀ ਸਾਡੇ ਦਿਮਾਗ ਵਿੱਚ ਵੀ ਇਦਾਂ ਗੱਲ ਆਉਂਦੀ ਹੈ। ਪਰ ਨਿਆਂ ਕੌਣ ਕਰਦਾ? ਇਹ ਸਾਡੀ ਜ਼ਮੀਨ ਤੇ ਇਹ ਗੱਲ ਚੱਲ ਰਹੀ ਹੈ। ਹੁਣ ਇੱਥੇ ਬਾਈਬਲ ਦੇ ਵਿੱਚ ਲਿਖਿਆ ਇਨਸਾਨ ਕਹਿੰਦਾ ਬਲਕਿ ਮੈਂ ਤੁਹਾਡਾ ਬਾਦਸ਼ਾਹ ਕਰ ਸਕਦਾ ਕਿਸੇ ਨਾਲ, ਪਰ ਪ੍ਰਭੂ ਕਹਿੰਦਾ ਬਾਦਸ਼ਾਹ ਨਹੀਂ ਕਰਦਾ। ਪ੍ਰਭੂ ਕਹਿੰਦਾ ਪੱਖਪਾਤ ਨਹੀਂ ਕਰਦਾ। ਕਿਉਂਕਿ ਵਚਨ ਦੇ ਵਿੱਚ ਲਿਖਿਆ ਕਿ ਨਾ ਤੁਹਾਡੇ ਕੋਲ ਰਾਜ ਖੋ ਕੇ ਤੇ ਦੂਜਿਆਂ ਨੂੰ ਦਿੱਤਾ ਜਾਵੇਗਾ। ਕਿਉਂ ਭਲਾ ਇਹ ਵਚਨ ਕਿਉਂ ਬੋਲਿਆ? ਚੱਲੀਏ ਅਸੀਂ ਫਿਰ 21 ਬਾਬ, ਮੱਤੀ 21 ਬਾਬ ਦੇ ਇੱਥੇ ਹੱਥ ਰੱਖਣਾ। ਇਹ ਐਤ ਗੋਣੀ ਦੁਬਾਰਾ ਪੜਨਾ ਇਸ ਨੂੰ। 21 ਬਾਬ ਦੇ ਵਿੱਚ ਉਹਦੀ 43 ਹੱਥ ਵਿੱਚ ਚੱਲੀਏ। ਕਿਉਂਕਿ ਜਦੋਂ ਅਸੀਂ ਕਮਜ਼ੋਰ ਆ, ਅਸੀਂ ਨਲਾਇਕ ਆ, ਅਸੀਂ ਕੰਮ ਕਰਨ ਦੇ ਯੋਗ ਹੀ ਨਹੀਂ, ਤੇ ਫਿਰ ਪਰਮੇਸ਼ਰ ਨੇ ਆਪਣੇ ਰਾਜ ਨੂੰ ਚਲਾਉਣ ਵਾਸਤੇ, ਆਪਣੇ ਅੰਗੂਰੇ ਬਾਗ ਨੂੰ ਚਲਾਉਣ ਵਾਸਤੇ ਉਹਦਾ ਇੰਤਜ਼ਾਮ ਕਰਨਾ, ਉਹਨੇ ਮਜ਼ਦੂਰ ਲਾਉਣੇ ਉਹਦੇ ਵਿੱਚ ਕੰਮ ਕਰਨ ਵਾਸਤੇ। ਅਸੀਂ ਤਾਂ ਕਰਾਂਗੇ, ਕੋਈ ਹੋਰ ਕਰ ਦੂਗਾ ਆਣ ਕੇ। ਪੜ੍ਹੀਏ 21 ਦੀ 43 ਹੈ। ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ, ਪ੍ਰਭੂ ਯਿਸੂ ਮਸੀਹ ਕਹਿੰਦਾ ਹੈ, ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ, ਜੋ ਪਰਮੇਸ਼ਵਰ ਦਾ ਰਾਜ ਤੁਹਾਡੇ ਖੋਇਆ, ਪਰਮੇਸ਼ਰ ਦਾ ਰਾਜ ਤੁਹਾਡੇ ਤੋਂ ਖੋਇਆ, ਅਤੇ ਪਰਾਈ ਕੌਮ ਨੂੰ, ਅਤੇ ਪਰਾਈਆਂ ਕੌਮਾਂ ਨੂੰ ਜਿਹੜੀ ਉਹਦੇ ਫਲ ਦੇਵੇ ਦਿੱਤਾ ਜਾਵੇ। ਜਿਹੜੇ ਉਹਦੇ ਯੋਗ ਫਲ ਦਿੰਦੇ ਉਹਨੂੰ ਦਿੱਤਾ ਜਾਵੇਗਾ। ਜੋਰ ਨਾਲ ਤਾੜੀਆਂ ਲਾਈਏ ਪਰਮੇਸ਼ਰ ਦੇ ਵਚਨਾਂ ਨੂੰ।
ਅਸੀਂ ਕਈ ਸੋਚਦੇ ਆ, ਆਪਣੇ ਦਿਲ ਵਿੱਚ ਸੋਚਦੇ, ਦਿਮਾਗ ਵਿੱਚ ਸੋਚਦੇ ਆ, ਸਾਨੂੰ ਬਹੁਤ ਕੁਝ ਆਉਂਦਾ ਹੈ ਕਿ ਯਾਰ ਉਹ ਬੰਦੇ ਮਗਰੋਂ ਆਣ ਕੇ ਪਹਿਲਾਂ ਕੰਮ ਕਰਨਾ ਸ਼ੁਰੂ ਕੀਤਾ, ਪਰ ਯਿਸੂ ਮਸੀਹ ਕਿਸ ਦਾ ਪੱਖਪਾਤ ਨਹੀਂ ਕਰਦਾ, ਕਿਉਂਕਿ ਪ੍ਰਭੂ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਤੁਹਾਡੇ ਕੋ ਰਾਜ ਖੋ ਕੇ ਦੂਜਿਆਂ ਨੂੰ ਦਿੱਤਾ ਜਾਵੇਗਾ, ਕਿਉਂਕਿ ਜੇ ਤੁਸੀਂ ਲਾਇਕ ਹੋਗੇ ਤੇ ਠਹਿਰੇ ਰਹੋਗੇ, ਜੇ ਨਲਾਇਕ ਹੋਗੇ ਤੇ ਤੁਹਾਡਾ ਰਾਜ ਤੁਹਾਡੇ ਕੋ ਖੋ ਕੇ ਦੂਜਿਆਂ ਨੂੰ ਦਿੱਤਾ। ਕਿਉਂਕਿ ਤੁਸੀਂ ਖਿਆਲ ਕਰੋ, ਸਾਊਲ ਪਾਤਸ਼ਾਹ ਨੂੰ ਖੁਦਾ ਨੇ ਚੁਣਿਆ ਸੀਗਾ ਆਪਣੇ ਕੰਮ ਵਾਸਤੇ। ਕੋਤਰ ਸਿੰਘ ਭਾਈ ਜੀ, ਸਾਊਲ ਰਾਜਾ ਹੋਇਆ, ਪਰਮੇਸ਼ਰ ਨੇ ਸੈਮੂਅਲ ਦੇ ਦੁਆਰਾ ਉਸ ਨੂੰ ਇੱਕ ਰਾਜਾ ਠਹਿਰਾਇਆ, ਤੇ ਜਦੋਂ ਉਹਨੇ ਗਲਤੀ ਕੀਤੀ ਤੇ ਫੇਰ ਕੀ ਹੋਇਆ ਸੀ ਭਲਾ? ਉਹਦਾ ਰਾਜ ਕਿਹਨੂੰ ਦਿੱਤਾ ਗਿਆ ਸੀਗਾ? ਕਿਹਨੂੰ ਦਿੱਤਾ ਗਿਆ ਸੀਗਾ? ਬੋਲੋ। ਸਾਊਲ ਦਾ ਰਾਜ ਦਾਊਦ ਨੂੰ ਦਿੱਤਾ ਗਿਆ ਸੀ। ਹਾਲੇਲੂਇਆ। ਕਿਉਂ ਭਲਾ? ਉਹ ਵੀ ਰਾਜਾ ਸੀ, ਸਾਊਲ ਤੇ ਕਾਇਮ, ਦਾਊਦ ਤੇ ਕਾਇਮ ਮਗਰੋਂ, ਤੇ ਸਾਊਲ ਤੇ ਪਹਿਲਾਂ ਆਇਆ ਸੀਗਾ, ਪਰ ਸਾਊਲ ਦਾ ਰਾਜ ਕਿਉਂ ਦਾਊਦ ਨੂੰ ਦਿੱਤਾ ਗਿਆ? ਕਿਉਂਕਿ ਖੁਦਾ ਜਿਹੜਾ ਹੈ ਉਹ ਲਾਇਕ ਬੰਦੇ ਨੂੰ ਆਪਣੇ ਕੰਮ ਵਾਸਤੇ ਵੇਖਦਾ, ਕਿਉਂਕਿ ਉਹਨੂੰ ਫਲ ਚਾਹੀਦਾ। ਉਹਨੂੰ ਕੀ ਚਾਹੀਦਾ? ਉਹਨੂੰ ਅੰਗੂਰੀ ਬਾਗ ਦੇ ਵਿੱਚ ਕੰਮ ਚਾਹੀਦਾ ਹੈ। ਅੰਗੂਰੀ ਬਾਗ ਤੁਸੀਂ ਜੋ, ਜੇ ਤੁਸੀਂ ਇੱਕ ਦੂਜੇ ਦੀ ਦੇਖਭਾਲ ਨਹੀਂ ਕਰਦੇ, ਤੁਸੀਂ ਇਹ 'ਚ ਕੰਮ ਨਹੀਂ ਕਰ ਰਹੇ, ਤੁਸੀਂ, ਤੁਹਾਡੇ ਕੋਲ ਰਾਜ ਖੋ ਕੇ ਹੋਰ ਕਿਨ ਦਿੱਤਾ ਜਾਏਗਾ। ਮੇਰੇ ਵਾਸਤੇ ਗੱਲ ਨਹੀਂ ਕੀ ਰਾਣੀ, ਇਹ ਖੁਦਾ ਦੀ ਇੱਛਾ ਵਾ, ਖੁਦਾ ਦੀ ਮਰਜ਼ੀ ਹੈ ਕਿ ਕਿਹਨੂੰ ਰਾਜ ਤੇ ਭਾਲਦਾ ਤੇ ਕਿਹਨੂੰ ਤਾਰਦਾ ਹੈ। 8ਵੀਂ ਆਇਤ ਪੜ੍ਹ ਕੇ ਦੇਖੀਏ ਪਰਮੇਸ਼ਰ ਦੇ ਵਚਨ ਦੇ ਵਿੱਚੋਂ 20 ਬਾਬ ਦੀ 20 ਦੀ 8। ਜਲਦੀ ਜਲਦੀ। ਅਤੇ ਜਦ ਸਾਂਝ ਹੋਈ, ਬਾਗ ਦੇ ਮਾਲਕ ਨੇ ਆਪਣੇ ਮੁਖਤਿਆਰ ਨੂੰ ਆਖਿਆ। ਜਦੋਂ ਸਾਂਝ ਹੋਈ, ਕੱਲ ਮਤਲਬ ਕਿ ਸ਼ਾਮ ਪੈ ਗਈ, ਤੇ ਮਾਲਕ ਨੇ ਕੀ ਕੀਤਾ? ਆਪਣੇ ਜਿਹੜਾ ਮੁਖਤਿਆਰ ਸੀਗਾ, ਕੀ ਕਿਹਾ ਉਹਨੂੰ ਭਲਾ? ਕਿ ਸਾਰੇ ਮਜ਼ਦੂਰ ਕੀ ਕਰ ਲਾ? ਇਕੱਠੇ ਕਰ ਲਾ। ਫੇਰ ਕਈ ਮਜ਼ਦੂਰਾਂ ਨੂੰ ਸੱਦ, ਔਰ ਪਿਛਲਿਆਂ ਤੋਂ ਲੈ ਕੇ ਪਹਿਲਿਆਂ ਤੀਕਰ ਉਹਨਾਂ ਨੂੰ ਮਜ਼ਦੂਰੀ ਦੇ। ਪਿਛਲਿਆਂ ਤੋਂ ਲੈ ਕੇ ਪਹਿਲਿਆਂ ਤੱਕ ਹੀ ਦੇ ਉਹਨਾਂ ਨੂੰ ਮਜ਼ਦੂਰੀ ਦੇ। ਫੇਰ ਅਤੇ ਜਾਓ ਆਏ। ਕਿਆ ਕਰਨਾ? ਇੱਥੇ ਪਹਿਲੇ ਤੇ ਪਿਛਲੇ ਦੋਨੇ ਚੀਜ਼ਾਂ ਲਿਖੀਆਂ ਹੋਈਆਂ ਕਿ ਨਹੀਂ? 8ਵੀਂ ਆਇਤ ਵਿੱਚ ਲਿਖਿਆ ਨਾ, ਪਹਿਲੇ ਤੇ ਪਿਛਲੇ ਦੋਨਾਂ ਨੂੰ ਕੀ ਕੀਤਾ? ਉਹਨੇ ਇਕੱਠਿਆਂ ਕੀਤਾ, ਕਿਉਂਕਿ ਉਹਨਾਂ ਦਾ ਕੰਮ ਦਾ ਹਿਸਾਬ ਜਿਹੜਾ ਸੀਗਾ ਉਹਨਾਂ ਨੂੰ ਦੇਣ ਲੱਗਾ ਸੀਗਾ। ਅੱਜ ਵੀ ਪ੍ਰਭੂ ਸਾਡੇ ਕੰਮ ਦਾ ਹਿਸਾਬ ਜਿਹੜਾ ਵਾ ਸਾਨੂੰ ਦੇਵੇਗਾ। ਤੁਸੀਂ ਇੱਥੇ ਦੇਖ ਰਹੇ ਕਿ ਸਾਡੇ ਇੱਥੇ ਕੰਮ ਦਾ ਹਿਸਾਬ ਮਿਲ ਜੇ, ਪਰ ਇੱਥੇ ਕੰਮ ਦਾ ਹਿਸਾਬ ਜਿਹੜਾ ਵਾ ਇੱਕ ਦੁਨਿਆਵੀ ਤੌਰ ਤੇ ਲੈ ਰਹੇ ਤੁਸੀਂ, ਪਰ ਤੁਹਾਡੇ ਕੰਮ ਦਾ ਹਿਸਾਬ ਜਿਹੜਾ ਹੈ ਤੁਹਾਨੂੰ ਜੀਸਸ ਗॉड ਪ੍ਰਭੂ ਯਿਸੂ ਮਸੀਹ ਨੇ ਆਪਣੇ ਸਵਰਗ ਵਿੱਚ ਦੇਣਾ ਹੈ। ਤੇ ਅਸੀਂ ਇੱਥੇ ਕੰਮ ਦੇ ਹਿਸਾਬ ਨਾਲ ਜਾਈਏ, ਅਸੀਂ ਉਸ ਕੰਮ ਦੇ ਵੱਲ ਜਾਈਏ। ਪੌਲਸ ਕਹਿ ਰਿਹਾ ਕਿ ਮੈਂ ਆਪਣੇ ਨਿਸ਼ਾਨੇ ਵੱਲ ਕੀ ਹੈ? ਦੱਬੀ ਜਾਂਦਾ। ਕੀ ਕਰਦਾ ਹੈ? ਪਾਏ ਮੈਂ ਹੱਥ ਨਹੀਂ ਪਾਇਆ ਜੇ ਫਿਰ ਵੀ ਆਪਣੇ ਨਿਸ਼ਾਨੇ ਵੱਲ ਕੀ ਹੈ? ਦੱਬੀ ਜਾਂਦਾ। ਅਸੀਂ ਆਪਣੇ ਨਿਸ਼ਾਨੇ ਵੱਲ ਜਾਈਏ, ਜੋ ਸਾਨੂੰ ਡਿਊਟੀ ਖੁਦਾ ਨੇ ਬਖਸ਼ੀ ਹੈ ਉਹਨੂੰ ਪੂਰਾ ਕਰੀਏ, ਤੇ ਪ੍ਰਭੂ ਸਾਨੂੰ ਵੱਡੀ ਬਰਕਤ ਦੇਵੇਗਾ। ਇਹਦੀ 16ਵੀਂ ਆਇਤ ਪੜ੍ਹ ਕੇ ਦੇਖੀਏ, 15 ਤੇ 16 ਆਇਤ ਵਿੱਚ ਦੁਬਾਰਾ, ਕਿਉਂਕਿ ਪ੍ਰਭੂ ਜਿਹੜਾ ਹੈ ਉਹ ਕਿਸੇ ਦਾ ਪੱਖਪਾਤ ਨਹੀਂ ਕਰਦਾ। ਪ੍ਰਭੂ ਨੇ ਪਹਿਲਾਂ ਹੀ ਤੁਹਾਡੇ ਨਾਲ ਦਿਹਾੜੀ ਠਹਿਰਾਈ ਹੋਈ ਹੈ। ਕਿਹੜੀ ਭਲਾ? ਅਠਿਆਨੀ ਤੁਹਾਨੂੰ ਉਹਨੇ ਦੇਣੀ ਹੈ। ਕਹਿੰਦਾ ਮਤਲਬ ਕਿ ਇੱਕ ਇੱਕ ਦੌਰਾਨ ਤੁਹਾਨੂੰ ਕੀ ਕਰਨਾ? ਉਹਨੇ ਦੇਣਾ ਹੈ। ਇਹ ਦੌਰਾਨ ਕੀ ਚੀਜ਼ ਆ? ਇਹ ਕਿਹੜੀ ਚੀਜ਼ ਦੱਸਦਾ ਹੈ ਭਾਈ ਤਰਸੇਮ ਜੀ? ਇੱਕ ਇੱਕ ਅਠਿਆਨੀ ਕਿਹੜੀ ਚੀਜ਼ ਦੱਸ ਰਹੀ ਹੈ? ਜਲਦੀ ਜਲਦੀ ਬੋਲੀਏ ਹੁਣ। ਰੁਪਈਏ ਦਾ ਅੱਧਾ ਹਿੱਸਾ। ਅਠਿਆਨੀ ਕਿਹੜੀ ਚੀਜ਼ ਨੂੰ ਦੱਸਦੀ ਹੈ? ਰੁਪਈਏ ਦਾ ਅੱਧਾ ਹਿੱਸਾ ਤੇ ਮੈਨੂੰ ਪਤਾ ਲੱਗ ਗਿਆ, ਮੈਂ ਅਠਿਆਨੀ ਬੋਲਦੀ ਆ, ਅੱਧਾ ਹਿੱਸਾ ਹੋ ਗਿਆ। ਸਵਰਗ ਦੇ ਰਾਜ ਵਿੱਚ ਜੋ ਵੀ ਜਗ੍ਹਾ ਮਿਲੇਗੀ, ਸਵਰਗ ਦੇ ਰਾਜ ਵਿੱਚ ਜਗ੍ਹਾ ਮਿਲੇਗੀ, ਉਹ ਗੱਲ ਅਲੱਗ ਆ। ਮੇਰੇ ਕੰਨ ਮਤਲਬ ਕਿ ਕਿਹੜੀ ਚੀਜ਼ ਨੂੰ ਦੱਸ ਰਹੀ ਆ ਅਠਿਆਨੀ ਜਿਹੜੀ ਦਿਹਾੜੀ ਦਿੱਤੀ ਉਹਨੇ ਮਜ਼ਦੂਰਾਂ ਨੂੰ? ਖੁਦਾ ਦੀ ਬਰਕਤ ਉਨੀ ਕੀ ਮਿਲਣੀ ਹੈ ਜਿੰਨਾ ਕੰਮ ਕਰਨਾ। ਇਹ ਹੈਗੀ ਆ ਮੁਕਤੀ। ਇਹ ਕਿਹੜੀ ਚੀਜ਼ ਦੱਸਦੀ ਹੈ? ਮੁਕਤੀ ਹੈ। ਜਿਹੜੇ ਅੱਜ ਤੋਂ 50 ਸਾਲ ਪਹਿਲਾਂ ਆ ਗਏ, ਇਹਨਾਂ ਨੇ ਕੰਮ ਕੀਤਾ, ਉਹਨਾਂ ਨੂੰ ਵੀ ਖੁਦਾ ਨੇ ਉਹੀ ਮੁਕਤੀ ਦੇਣੀ ਹੈ। ਤੇ ਜਿਹੜੇ ਅੱਜ ਕੰਮ ਕਰ ਰਹੇ ਉਹਨਾਂ ਨੂੰ ਵੀ ਖੁਦਾ ਨੇ ਉਹੀ ਮੁਕਤੀ ਦੇਣੀ ਹੈ। ਤੇ ਜਿਹੜੇ ਇਹਦੇ ਤੋਂ 15 ਸਾਲ ਪਹਿਲਾਂ ਵੀ ਕਰਦੇ ਉਹਨਾਂ ਨੂੰ ਮੁਕਤੀ ਇੱਕ ਹੀ ਮਿਲਣੀ ਹੈ। ਅਸੀਂ ਮੁਕਤੀ ਵੱਲ ਜਾਣਾ ਹੈ। ਅਸੀਂ ਉਸ ਮੁਕਤੀ ਵੱਲ ਜਾਣਾ ਜਿਹੜੀ ਖੁਦਾ ਨੇ ਸਾਡੇ ਨਾਲ ਠੁਰਾਈ ਹੋਈ ਆ। ਯਿਸੂ ਮਸੀਹ ਨੇ ਆਪਣੀ ਜਾਨ ਕਾਹਦੇ ਵਾਸਤੇ ਦਿੱਤੀ ਸੀ? ਯਿਸੂ ਮਸੀਹ ਨੇ ਕਾਹਦੇ ਵਾਸਤੇ ਆਪਣੀ ਜਾਨ ਦਿੱਤੀ ਆ? ਪਾਪ ਤੋਂ ਮੁਕਤ ਕਰਨ ਵਾਸਤੇ, ਤੇ ਸਾਨੂੰ ਆਪਣੀ ਮੁਕਤੀ ਦਿਖਾਉਣ ਵਾਸਤੇ ਕਿ ਮੈਂ ਤੁਹਾਨੂੰ ਸਵਰਗ ਵਿੱਚ ਲੈ ਕੇ ਜਾਵਾਂਗਾ। ਅਸੀਂ ਇਹ ਦੁਨੀਆ ਦੇ ਸੱਦੇ ਵੱਲ ਨਹੀਂ ਖਿਆਲ ਕਰਨਾ,
ਅਸੀਂ ਦੁਨੀਆ ਦੇ ਤੋਹਫੇ ਵੱਲ ਨਹੀਂ ਖਿਆਲ ਕਰਨਾ, ਅਸੀਂ ਦੁਨੀਆ ਦੇ ਗਿਫਟ ਵੱਲ ਨਹੀਂ ਖਿਆਲ ਕਰਨਾ, ਅਸੀਂ ਉੱਪਰਲੇ ਸੱਦੇ ਵੱਲ ਕੀ ਕਰਨਾ ਹੈ, ਖਿਆਲ ਕਰਨਾ ਕਿ ਉਹ ਮਾਲਕ ਨੇ ਸਾਨੂੰ ਕੀ ਕੀਤਾ ਹੈ, ਸੱਦਿਆ ਹੈ। ਇਹਦੀ 16ਵੀਂ ਆਇਤ ਪੜ੍ਹ ਕੇ ਦੇਖੀਏ ਤੇ ਇਹਦਾ ਤੁਸੀਂ ਗੌਰ ਕਰਨੀ ਆ, ਇਹਦੀ ਮੈਂ ਗੌਰ ਨਹੀਂ ਕਰਨੀ ਕਿਉਂਕਿ ਮੈਂ ਕਰ ਚੁੱਕਾ ਅੱਗੇ ਪਹਿਲਾਂ। ਪੜ੍ਹੀਏ ਇਹਨੂੰ। ਭਲਾ ਮੇਰਾ ਇਖਤਿਆਰ ਨਹੀਂ। ਇੱਥੇ ਮਾਲਕ ਕੀ ਕਹਿ ਰਿਹਾ, ਕਹਿੰਦਾ ਮੇਰਾ ਇਖਤਿਆਰ ਨਹੀਂਗਾ। ਕਿਹੜੀ ਚੀਜ਼ ਤੇ? ਸਾਰੀਆਂ ਚੀਜ਼ਾਂ ਦੇ ਪ੍ਰਭੂ ਦਾ ਕੀ ਹੈ, ਇਖਤਿਆਰ ਹੈ। ਫਿਰ ਕਿ ਆਪਣੇ ਮਾਲ ਨਾਲ ਜੋ ਚਾਹਾਂ ਸੋ ਕਰਾਂ। ਆਪਣੇ ਮਾਲ ਦੇ ਨਾਲ ਜੋ ਚਾਹਾਂ ਮੈਂ ਕਰਾਂ। ਫਿਰ ਅੱਗੇ ਕੀ ਤੂੰ ਇਸੇ ਲਈ ਬੁਰੀ ਨਜ਼ਰ ਵੇਖਦਾ ਹੈ? ਇਸੇ ਲਈ ਅਸੀਂ ਇੱਕ ਦੂਜੇ ਨੂੰ ਬੁਰੀ ਨਜ਼ਰ ਨਾਲ ਕੀ ਆ, ਜੋ ਮੈਂ ਭਲਾ ਹਾਂ। ਅਸੀਂ ਵੇਖਦੇ ਆ ਕਿ ਇਹ ਬੰਦਾ ਗਾੜੀ ਹੋ ਗਿਆ, ਮੈਂ ਪਛਾਣ ਕੇ ਹੋ ਗਿਆ। ਤੁਹਾਨੂੰ ਮੈਂ ਪਹਿਲੀ ਆਇਤ ਪੜ੍ਹਾਈ 21 ਦੀ 43 ਚ ਕੀ ਲਿਖਿਆ ਭਲਾ, ਕਿ ਸਵਰਗ ਦਾ ਰਾਜ ਜਿਹੜਾ ਹੈ ਇਹ ਫਲ ਵਾਲੇ ਲੋਕਾਂ ਦਾ ਹੈ ਤੇ ਬੇਫਲਾਂ ਦਾ ਨਹੀਂਗਾ ਰਾਜ। ਇੱਥੇ ਕਿ ਯਿਸੂ ਮਸੀਹ ਜਿਹੜਾ ਹੈ ਉਹ ਬੁੱਤਾਂ ਨੂੰ ਪਸੰਦ ਨਹੀਂ ਕਰਦਾ। ਕਿ ਵਚਨ ਦੇ ਵਿੱਚ ਲਿਖਿਆ ਜਿਹੜੇ ਬੁੱਤ ਬਣਦੇ ਹੈ ਉਹਨਾਂ ਨੂੰ ਖੁਦਾ ਪਸੰਦ ਨਹੀਂ ਕਰਦਾ। ਦਰਖਤ ਜਿਹੜਾ ਫਲ ਨਹੀਂ ਦਿੰਦਾ ਉਹਨੂੰ ਪਸੰਦ ਨਹੀਂ ਕਰਦਾ। ਸਾਡੀ ਜ਼ਿੰਦਗੀ ਦੇ ਵਿੱਚ ਫਲ ਹੋਣਾ ਚਾਹੀਦਾ। ਲਾਉਂਦੇ ਕਿ ਨਹੀਂ ਲਾਉਂਦੇ, ਲੱਗਦਾ ਕਿ ਨਹੀਂ ਲੱਗਦਾ, ਅਸੀਂ ਫਲ ਦਿੰਦੇ ਆ ਕਿ ਨਹੀਂ ਦਿੰਦੇ, ਵੇਖਣਾ ਅਸੀਂ। ਪੜ੍ਹੀਏ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਕਿ ਖੁਦਾ ਦਾ ਵਚਨ ਦੱਸਦਾ ਹੈ ਕਿ ਜਿਹੜੇ ਲੋਕ ਅੱਜ 50 ਸਾਲ ਪਿੱਛੇ ਚਲ ਗਏ ਹੈ ਉਹਨਾਂ ਨੇ ਵੀ ਕੋਠੀਆਂ ਨਹੀਂ ਮਿਲਣੀ ਹੈ। ਜਿਹੜੇ ਅੱਜ ਕੰਮ ਕਰ ਰਹੇ ਉਹਨਾਂ ਨੂੰ ਵੀ ਕੀ ਮਿਲਣੀ ਹੈ, ਇੱਕੋ ਠਿਆ ਨਹੀਂ ਮਿਲਦੀ। ਦਾ ਮਤਲਬ ਇਹ ਕਿ ਕੰਮ ਛੱਡ ਦਈਏ, ਅਸੀਂ ਕੰਮ ਬੰਦ ਕਰ ਦਈਏ। ਅਸੀਂ ਪੜਿਆ 43 ਦੇ ਵਿੱਚੋਂ ਕੀ ਪੜਿਆ ਭਲਾ, ਇਹ ਦੁਬਾਰਾ ਪੜ੍ਹੀਏ ਕੀ ਜੀ 43 ਹੈ। ਆਹ ਚੇਤੇ ਰੱਖਣਾ, ਵਚਨ ਚੱਲ ਰਿਹਾ ਸਾਡਾ ਕਿ ਮਾਲਕ ਦੀ ਮਰਜ਼ੀ। ਪੜ੍ਹੀਏ। ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ, ਹਾਂਜੀ, ਜੋ ਪਰਮੇਸ਼ਵਰ ਦਾ ਰਾਜ ਦਾ ਹੱਕ ਹੋਇਆ ਅਤੇ ਪਰਾਈ ਕੌਮ ਨੂੰ ਜਿਹੜੀ ਉਹਦੇ ਫਲ ਦੇਵੇ ਦਿੱਤਾ ਜਾਵੇਗਾ। ਠੀਕ ਆ ਨਾ। ਇੱਥੇ ਕੀ ਲਿਖਿਆ, ਪਰਾਈਆਂ ਕੌਮਾਂ ਨੂੰ ਕੀ ਦਿੱਤਾ, ਜਿਹੜੇ ਜ਼ੋਰ ਨਾਲ ਕੰਮ ਕਰਦੇ ਆ ਤੇ ਉਹਨਾਂ ਨੂੰ ਰਾਜ ਵਾਸਤੇ ਤਿਆਰ ਕੀਤਾ ਜਾਏਗਾ ਤੇ ਉਹ ਲੋਕ ਪਰਮੇਸ਼ਰ ਦੇ ਰਾਜ ਵਾਸਤੇ ਫਲ ਦੇਣਗੇ। ਤੇ ਜੇ ਦੇਣਗੇ ਤੇ ਫੇਰ ਕਹਿੰਦਾ ਵੀ ਉਹਨਾਂ ਨੂੰ ਰਾਜ ਦਿੱਤਾ ਜਾਵੇਗਾ। ਇਹ ਮੇਰਾ ਤੁਹਾਡਾ ਵਾਸ ਨਹੀਂ ਕੋਈ ਵੀ। ਤੁਸੀਂ ਸਾਨੂੰ ਨਾ ਕਿਹਾ ਕਰੋ ਕਿ ਅਸੀਂ ਪਿੱਛੇ ਹਾਂ ਤੇ ਅੱਗੇ ਹੋ ਗਿਆ, ਕਿ ਹਾਂ ਤੇ ਪਿੱਛੇ ਹੋ ਗਏ। ਇਹ ਮੇਰੇ ਵਾਸ ਦੀ ਗੱਲ ਨਹੀਂ ਕਿ ਖੁਦਾ ਦੀ ਇੱਛਾ ਵਾ ਕਿ ਉਹ ਕਿਹਨੂੰ ਪਸੰਦ ਕਰਦਾ, ਕਿਹਨੂੰ ਉਹ ਨਹੀਂ ਪਸੰਦ ਕਰਦਾ। ਖੁਦਾ ਵੀ ਦੇਣ ਵਾਲੇ ਚ ਅਸੀਂ ਖੁਦਾ ਦੇ ਕੰਮ ਨੂੰ ਲਿਆ। ਮੇਰੇ ਤੋਂ ਪਹਿਲਾਂ ਸੀਨੀਅਰ ਪਾਸਟਰ ਜਿਹੜੇ ਸੀਗੇ ਉਹ ਅੱਜ ਸਬਜ਼ੀਆਂ ਵੇਚਦੇ ਆ। ਭਾਈ ਤਰਸੇਮ ਜੀ, ਮੇਰੇ ਤੋਂ ਸੀਨੀਅਰ ਪਾਸਟਰ ਜਿਹੜੇ ਸੀ ਉਹ ਅੱਜ ਕੀ ਕਰ ਰਹੇ ਆ, ਸਬਜ਼ੀਆਂ ਵੇਚਦੇ। ਕਿਉਂ ਵੇਚਦੇ ਆ ਭਲਾ, ਕਿ ਦੇਣ ਕੇ ਨਹੀਂ ਆਏ। ਖੁਦਾ ਕਿਹਨੂੰ ਚੁਣਦਾ ਹੈ? ਦਾਊਦ ਨੂੰ ਕਿਉਂ ਚੁਣਿਆ ਸੀ ਖੁਦਾ ਨੇ? ਦਾਊਦ ਕਿੱਥੇ ਸੀਗਾ ਜਦੋਂ ਚੁਣਿਆ ਉਹਨੂੰ? ਕੀ ਚਾਰਦਾ ਸੀਗਾ ਉਹ? ਭੇਡਾਂ ਬੱਕਰੀਆਂ ਚਾਰਦਾ ਸੀ। ਸਾਊਲ ਤੇ ਰਾਜਾ ਸੀਗਾ। ਸਾਊਲ ਕੀ ਸੀਗਾ? ਰਾਜਾ ਸੀਗਾ। ਤੇ ਦਾਊਦ ਕੀ ਸੀਗਾ? ਭੇਡਾਂ ਬੱਕਰੀਆਂ ਚਾਰਦਾ। ਖੁਦਾ ਨੇ ਉਹਨੂੰ ਭੇਡਾਂ ਬੱਕਰੀਆਂ ਵੇਲ ਬਾਲੀ ਵੇਖਿਆ ਉਹਦੇ ਅੰਦਰ ਗੁਣ ਸੀਗੇ, ਉਹਦੇ ਗੁਣਾਂ ਦੇ ਵੇਖਿਆ ਖੁਦਾ ਨੇ। ਇਹਦੇ ਅੰਦਰ ਗੁਣਵਾਂ ਤੇ ਗੁਣ ਦੇ ਜੋ ਇਹੋ ਹੀ ਗੁਣ ਬਾਹਰ ਨਿਕਲਣੇ ਕੋ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ, ਜੋ ਤੇਰੇ ਅੰਦਰ ਵਾਤੇ ਉਹ ਕੀ ਨਿਕਲਦਾ ਹੈ, ਬਾਹਰ ਨਿਕਲਦਾ ਹੈ। ਪਾਤਰਸ ਕਿੱਥੇ ਸੀਗਾ? ਪਾਤਰਸ ਕਿੱਥੇ ਸੀਗਾ? ਮੱਛੀਆਂ ਫੜਦਾ ਸੀ। ਠੀਕ ਆ ਨਾ। ਉਹ ਤੋਂ ਪਹਿਲਾਂ ਰਾਜੇ ਵੀ ਹੈਗੇ ਸੀ। ਜਦੋਂ ਪਾਤਰਸ ਸੀਗਾ ਤਾਂ ਰਾਜੇ ਲੋਕ ਵੀ ਹੈਗੇ ਸੀ, ਬੜੇ ਬੜੇ ਅਮੀਰ ਲੋਕ, ਵਧੀਆ ਸ਼ੌਹਕਾਰ ਲੋਕ ਵੀ ਹੈਗੇ ਸੀ। ਪਰ ਖੁਦਾ ਨੇ ਫੜਿਆ ਕਿਹਨੂੰ ਸੀਗਾ? ਸਾਰੇ ਅਮੀਰਾਂ ਨੂੰ ਪਿੱਛੇ ਛੱਡ ਕੇ ਤੇ ਕਹਿੰਦਾ ਵਾ ਕਿ ਪਾਤਰਸ ਨੂੰ ਕੀ ਲਿਆਂਦਾ, ਉਹਨੇ ਅੱਗੇ ਲਿਆਂਦਾ। ਅਮੋਸ਼ ਜਿਹੜਾ ਸੀਗਾ ਉਹ ਕੀ ਕਰਦਾ ਸੀਗਾ? ਭਾਈ ਤਰਸੇਮ ਜੀ, ਅਮੋਸ਼ ਕੀ ਕਰਦਾ ਸੀਗਾ? ਉਹਦਾ ਨਹੀਂ ਪਤਾ ਜੀ। ਅਮੋਸ਼ ਦੀ ਵੀ ਡਿਊਟੀ ਉਹ ਹੀ ਭੇਡਾਂ ਬੱਕਰੀਆਂ ਚਾਰਦਾ ਸੀਗਾ। ਅਮੋਸ਼ ਦੀ ਡਿਊਟੀ ਸੀ ਕਿ ਆਪਣੀਆਂ ਭੇਡਾਂ ਬੱਕਰੀਆਂ ਨੂੰ ਇੱਕ ਗੁੱਲਰ ਦੇ ਦਰਖਤ ਥੱਲੇ ਖੜਦਾ ਸੀਗਾ। ਆਮ ਜਗ੍ਹਾ ਤੇ ਨਹੀਂ ਛੱਡਦਾ। ਉਹ ਇੱਕ ਦਰਖਤ ਦੇ ਥੱਲੇ ਖੜਦਾ ਸੀ, ਗੁੱਲਰ ਛਾਂਗਦਾ ਸੀ। ਗੁੱਲਰ ਛਾਂਗ ਕੇ ਤੇ ਉਹਦੇ ਭੇਡਾਂ ਬੱਕਰੀਆਂ ਜਿਹੜੀਆਂ ਸੀ ਇੱਕ ਤਾਜ਼ੇ ਕਹਿਣ ਦਾ ਕਰਕੇ ਪੱਤੇ ਖਾਂਦੀਆਂ ਸੀ, ਤਾਜ਼ਾ ਭੋਜਨ ਖਾਂਦੀਆਂ ਸੀ। ਆਮ ਲੋਕੀ ਜੰਗਲਾਂ ਵਿੱਚ ਛੱਡ ਦਿੰਦੇ ਆ, ਖੇਤਾਂ ਵਿੱਚ ਛੱਡ ਦਿੰਦੇ ਆ, ਕਹਿਣ ਮਰ ਕੇ ਰੂੜੀਆਂ ਤੇ ਛੱਡ ਦਿੰਦੇ ਹੈ। ਪਰ ਅਮੋਸ਼ ਦੀ ਡਿਊਟੀ ਸੀ ਕਿ ਆਪਣੀਆਂ ਭੇਡਾਂ ਨੂੰ ਕਿੱਥੇ ਛੱਡਦਾ ਸੀਗਾ? ਗੁੱਲਰ ਦੇ ਦਰਖਤ ਦੇ ਥੱਲੇ ਛੱਡਦਾ ਸੀਗਾ ਤੇ ਫਿਰ ਗੁੱਲਰ ਛਾਂਗਦਾ ਸੀਗਾ। ਉਹ ਤਾਜ਼ੇ ਪੱਤੇ ਖਾਂਦੇ ਸੀ। ਅੱਜ ਤਾਂ ਤੁਸੀਂ ਤਾਜ਼ੇ ਬ੍ਰੈਡ ਖਾ ਰਹੇ ਹੋ। ਇਸੇ ਤਰੀਕੇ ਨਾਲ ਹਰ ਹਫ਼ਤੇ, ਹਰ ਮਹੀਨੇ ਦੇ ਵਿੱਚ ਕਹਿੰਦਾ ਮਤਲਬ ਕਿ 4 ਵਾਰੀ ਤੁਹਾਨੂੰ ਤਾਜ਼ੇ ਬ੍ਰੈਡ ਪ੍ਰਭੂ ਯਿਸੂ ਮਸੀਹ ਦਿੰਦਾ ਹੈ ਤੇ ਅਸੀਂ ਉਹਨਾਂ ਦੀ ਕਦਰ ਨਹੀਂ ਕਰਦੇ। ਅਸੀਂ ਦੇਖਣਾ ਕਿ ਅੱਜ ਤੋਂ ਇਹ ਸਾਡੀ ਮਰਜ਼ੀ ਨਹੀਂ, ਕਿ ਸਾਡੀ ਮਰਜ਼ੀ ਆ ਕਿ ਅਸੀਂ ਅੱਗੇ ਵਧਣਾ ਤੇ ਫੇਰ ਕੀ ਕਰੀਏ ਭਲਾ? ਸ਼੍ਰੀਮਾਨ ਹਿਜ਼ਕੀ ਜੀ, ਕੀ ਕਰੀਏ ਭਲਾ? ਅੱਗੇ ਵਧਣਾ ਤੇ ਕੀ ਕਰਨਾ ਚਾਹੀਦਾ? ਤੁਹਾਨੂੰ ਪਤਾ ਕਿ ਦਰਖਤ ਜਿਹੜਾ
ਫਲ ਤੋਂ ਬਗੈਰ ਯਿਸੂ ਮਸੀਹ ਨੂੰ ਕੀ ਕਰਦਾ ਹੈ? ਅੰਗੂਰ ਦੀ ਟਾਹਣੀ ਦੇ ਬਾਰੇ ਯਿਸੂ ਮਸੀਹ ਨੇ ਕਿਹਾ ਜਿਹੜੀ ਅੰਗੂਰ ਦੀ ਟਾਹਣੀ ਫਲ ਨਹੀਂ ਦਿੰਦੀ ਉਹ ਕੱਟੀ ਜਾਵੇਗੀ ਤੇ ਅੱਗ ਵਿੱਚ ਝੋਕੀ ਜਾਵੇਗੀ। ਤੇ ਫਿਰ ਪ੍ਰਭੂ ਨੇ ਕਿਹਾ ਕਿ ਜਿਹੜਾ ਦਰਖਤ ਫਲ ਨਹੀਂ ਦਿੰਦਾ ਉਹਦੀ ਜੜ ਉੱਤੇ ਕੀ ਰੱਖਿਆ ਹੋਇਆ ਹੈ? ਕੁਹਾੜਾ ਰੱਖਿਆ ਹੈ। ਆਪਣੀ ਜੀਵਨ ਦੇ ਬਾਰੇ ਦੇਖੋ, ਤੁਸੀਂ ਅੰਗੂਰੀ ਬਾਗ ਜੋ, ਤੁਸੀਂ ਯਹੋਵਾ ਪਰਮੇਸ਼ਰ ਦਾ ਅੰਗੂਰੀ ਬਾਗ ਜੋ, ਤੁਹਾਡੇ ਵਿੱਚ ਖੁਦਾ ਨੇ ਸਾਨੂੰ ਇਸਤੇਮਾਲ ਕੀਤਾ ਹੈ ਕਿ ਤੁਹਾਨੂੰ ਚਲਾਉਣ ਵਾਸਤੇ, ਤੁਹਾਨੂੰ ਬਚਾਉਣ ਵਾਸਤੇ, ਤੁਹਾਨੂੰ ਪਰਮੇਸ਼ਰ ਦੇ ਰਾਜ ਵਾਸਤੇ ਤਿਆਰ ਕਰਨ ਵਾਸਤੇ। ਕਿਉਂਕਿ ਅਸੀਂ ਖੁਦਾ ਦੇ ਲੋਕ ਹਾਂ, ਅਸੀਂ ਇਹਨਾਂ ਗੱਲਾਂ ਦੀ ਸਮਝ ਰੱਖਣੀ ਹੈ ਕਿ ਇਹ ਖੁਦਾ ਦੀ ਮਰਜ਼ੀ ਆ ਕਿ ਜਿਹੜਾ ਕੋਈ ਅੱਗੇ ਆ ਜਾਂਦਾ ਹੈ ਉਹ ਕਿੱਦਾਂ ਆਉਂਦਾ ਹੈ। ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਸਵਰਗ ਦੇ ਰਾਜ ਵਾਸਤੇ ਜ਼ੋਰ ਮਾਰਿਆ ਜਾਂਦਾ ਹੈ। ਹਾਲੇਲੂਇਆ। ਕੀ ਹੁੰਦਾ ਭਲਾ? ਸਵਰਗ ਦੇ ਰਾਜ ਵਾਸਤੇ ਜ਼ੋਰ ਮਾਰਿਆ ਜਾਂਦਾ ਹੈ। ਜ਼ੋਰ ਮਾਰਨ ਵਾਲੇ ਸਵਰਗ ਵਿੱਚ ਪਹੁੰਚ ਜਾਂਦੇ ਨੇ। ਜਿਹੜੇ ਧੁੰਦੀ ਵੇਖਦੇ ਰਹਿੰਦੇ ਉਹਨਾਂ ਸਵਰਗ ਵਿੱਚ ਕਿੱਥੇ ਪਹੁੰਚਣਾ? ਧੁੰਦ ਸਾਡੀ ਨਹੀਂ, ਅਸੀਂ ਗਏ ਨਹੀਂ, ਧੁੰਦ ਸਾਡੀ ਨਹੀਂ, ਧੁੰਦ ਦੇ ਕਰਕੇ ਆ ਵੇਖ ਲਓ ਮੇਰੇ ਨਾਟਕ ਤੇ ਜਾ ਕੇ ਵੇਲੇ ਪਤਾ ਜਾ ਕੇ ਬਹੁਤੇ ਲੋਕਾਂ ਨੇ ਇਹੋ ਸਵਾਲ ਕਰਨਾ ਤੇ ਅੱਜ ਠੰਡ ਬੜੀ ਜੀ, ਧੁੰਦ ਬੜੀ, ਤਾਂ ਨਹੀਂ ਜਾਵਾ। ਆ ਭੈਣ ਵੇਖੋ ਕਿੱਥੋਂ ਆਈ ਆ, ਕਿੱਥੋਂ ਕਿੱਥੋਂ ਲੋਕ ਪਹੁੰਚ ਗਏ ਹੈ। ਉਹ ਧੁੰਦ ਨੂੰ ਚੀਰ ਕੇ ਆਏ, ਧੁੰਦ ਨੂੰ ਪਾਰ ਕਰਕੇ ਆਏ। ਇਹ ਹੈ ਸਵਰਗ ਦੇ ਰਾਜ ਵਾਸਤੇ ਜ਼ੋਰ ਮਾਰਿਆ ਜਾਣਾ। ਚੱਲ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ 19 ਜੈ 19 ਬਾਬ ਦੀ ਕੀ ਕਰਦੇ? ਤੁਸੀਂ ਜ਼ੋਰ ਮਾਰੋਗੇ ਤੇ ਅੱਗੇ ਹੁੰਦੇ ਰਹੋਗੇ। ਜੇ ਤੁਸੀਂ ਪਿੱਛੇ ਨੂੰ ਪੁਸ਼ ਆਪਣੀ ਖਿੱਚ ਲੋਗੇ ਤੇ ਫੇਰ ਕਹਿਣ ਦਾ ਮਤਲਬ ਕਿ ਪਿੱਛੇ ਹੁੰਦੇ ਜਾਓਗੇ। ਤੁਹਾਡੀ ਜਗ੍ਹਾ ਤੇ ਖੁਦਾ ਨੇ ਹੋਰ ਕੋਈ ਬੰਦਾ ਖੜਾ ਕਰ ਲੈਣਾ ਹੈ। ਇਹ ਬੜੇ ਅੱਗੇ ਕੰਮ ਚੱਲਦੇ ਆ। ਖੁਦਾ ਦਾ ਵਚਨ ਜਿਹੜਾ ਇਸ ਤਰ੍ਹਾਂ ਪਿੱਛੇ ਤੋਂ ਸ਼ੁਰੂ ਤੋਂ ਲੈ ਕੇ ਆਖਰ ਤੱਕ ਇਸ ਤਰ੍ਹਾਂ ਹੁੰਦੀ ਆਈ ਆ ਕਿ ਜਿਹੜਾ ਰਾਜਾ ਕੰਮ ਨਹੀਂ ਤਰੀਕੇ ਨਾਲ ਕਰਦਾ ਤਾਂ ਖੁਦਾ ਉਹਦੀ ਸੀਟ ਤੋਂ ਲਾ ਕੇ ਉਹਦੀ ਜਗ੍ਹਾ ਤੇ ਹੋਰ ਕੋਈ ਬਿਠਾ ਦਿੰਦਾ ਸੀ। ਪੜ੍ਹੀਏ 19:29 ਹੈ। ਅਤੇ ਹਰ ਕੋਈ ਜਿਵੇਂ ਘਰਾਂ ਜਾਂ ਭਾਈਆਂ ਜਾਂ ਭੈਣਾਂ ਜਾਂ ਪਿਓ ਜਾਂ ਮਾਂ ਜਾਂ ਬਾਲ ਬੱਚਿਆਂ ਜਾਂ ਜ਼ਮੀਨ ਨੂੰ ਮੇਰੇ ਨਾਮ ਦੇ ਕਾਰਨ ਛੱਡਿਆ ਹੈ ਉਹ 100 ਗੁਣਾ ਪਾਵੇਗਾ ਅਤੇ ਸਦੀਕ ਜਿਉਣ ਦਾ ਵਾਰਿਸ ਹੋਵੇਗਾ। ਪਰ ਬਥੇਰੇ ਪਹਿਲੇ ਪਿਛਲੇ ਹੋਣਗੇ ਅਤੇ ਪਿਛਲੇ ਪਹਿਲੇ। ਠੀਕ ਆ ਜੀ। ਇਹ ਕਿਹਦਾ ਵਚਨ ਕਿਹਦੇ ਆਏ? ਇਹ ਕਿਹਦੇ ਵਚਨ ਜਿਹੜੇ ਲਿਖੇ ਗਏ ਆ? ਬੋਲੋ ਸਾਰੇ ਜਾਣੇ। ਇਹਦਾ ਮਤਲਬ ਤੁਸੀਂ ਬੋਲਣਾ ਨਹੀਂ ਹੁਣ, ਕਿਉਂਕਿ ਵਚਨ ਰੱਬ ਦੇ ਆ ਤੇ ਰੱਬ ਤੁਹਾਨੂੰ ਅੱਗੇ ਪਿੱਛੇ ਕਰ ਰਿਹਾ, ਮੈਂ ਨਹੀਂ ਕਰ ਰਿਹਾ। ਹਾਲੇਲੂਇਆ। ਇਹ ਕਿਹਦੇ ਵਚਨ ਆ ਜਿਹੜੇ ਪਹਿਲੇ ਆ? ਨਹੀਂ, ਇਹ ਵਚਨ ਜਿਹੜੇ ਪਹਿਲੇ ਆ ਉਹ ਕਿੱਥੇ ਹੋਣਗੇ? ਤੇ ਪਿਛਲੇ ਪਹਿਲੇ ਹੋਣਗੇ। ਕਿਉਂ ਭਲਾ? ਮਾਲਕ ਦੀ ਦੇਣ ਹੈ ਉਹਦੀ ਮਰਜ਼ੀ। ਮਾਲਕ ਦੀ ਕੀ ਹੈ? ਮਾਲਕ ਦੀ ਦੇਣਾ ਤੇ ਪਰ ਆਪਣਾ ਵੀ ਯੋਧ ਦਾ ਕੰਮ ਹੋਣਾ ਚਾਹੀਦਾ। ਕਿਸੇ ਵੀ ਮਾਰੀਏ, ਥੋੜੀ ਹਿੰਮਤ ਮਾਰੀਏ, ਠੀਕ ਹੈ ਨਾ। ਰਜਾਈਆਂ ਛੱਡ ਕੇ ਕੀ ਕਰੀਏ? ਅਸੀਂ ਪਵਨ ਦੇ ਵਿੱਚ ਆਈਏ, ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰੀਏ, ਪ੍ਰਾਰਥਨਾ ਕਰੀਏ, ਰੋਜ਼ੇ ਰੱਖੀਏ। ਕਹਿਣ ਦਾ ਮਤਲਬ ਅਸੀਂ ਬਾਈਬਲ ਨੂੰ ਪੜ੍ਹੀਏ। ਜੇ ਬਾਈਬਲ ਪੜਾਂਗੇ, ਦੁਆ ਕਰਾਂਗੇ, ਰੋਜ਼ੇ ਰੱਖਾਂਗੇ, ਇਹ ਸਾਡੀ ਹਿੰਮਤ ਵਾ। ਅਸੀਂ ਚਰਚ ਵਿੱਚ ਆਵਾਂਗੇ, ਸਾਡੀ ਹਿੰਮਤ ਵਾ। ਆਪਣਾ 10ਵਾਂ ਹਿੱਸਾ ਦੇਵਾਂਗੇ, ਸਾਡੀ ਹਿੰਮਤ ਆ। ਕਹਿਣ ਦਾ ਮਤਲਬ ਕਿ ਹਿੰਮਤ ਮਾਰ ਕੇ ਪਾਰ ਲੰਘਣਾ ਹੈ। ਅੱਗੇ ਪਿੱਛੇ ਕਿਸੇ ਸੇਵਕ ਦਾ ਕੰਮ ਨਹੀਂ ਕਿ ਤੁਹਾਨੂੰ ਗਾਂਹ ਕਰਦੇ, ਤੁਹਾਨੂੰ ਪਛਾਣ ਕਰਦੇ। ਕਿਹਦਾ ਕੰਮ ਹੈ? ਭਾਈ ਤਰਸੇਮ ਜੀ, ਇਹ ਕੰਮ ਕਿਹਦਾ ਹੈ? ਇਹ ਅੱਗੇ ਪਿੱਛੇ ਕਰਨਾ ਪਰਮੇਸ਼ਰ ਦਾ ਕੰਮ ਆ। ਕਹਿੰਦਾ ਮਤਲਬ ਕਿ ਮੇਰਾ ਜਾਂ ਕਿਸੇ ਹੋਰ ਸੇਵਕ ਦਾ ਕੰਮ ਨਹੀਂ ਕਿ ਤੁਹਾਨੂੰ ਜਿਹੜਾ ਇੱਕ ਮਗਰੋਂ ਆਇਆ ਉਹਨੂੰ ਗਾੜੀ ਕਰਦੀ ਤੇ ਮਗਰਲੇ ਨੂੰ ਪਛਾੜੀ ਕਰ ਦਈਏ। ਨਹੀਂ, ਇਹ ਸਿਰਫ ਗੌੜ ਦਾ ਕੰਮ ਆ। ਜੇ ਗੌੜ ਦੀ ਇੱਛਾ ਹੋਵੇਗੀ ਤੇ ਬੰਦਾ ਸਦਾ ਹੀ ਚੱਲਦਾ ਰਹੇਗਾ। ਤੇ ਜੇ ਉਹਦੀ ਮਰਜ਼ੀ ਨਹੀਂ, ਉਹਦੇ ਮਰਜ਼ੀ ਦੇ ਅਨੁਸਾਰ ਨਹੀਂ ਕੰਮ ਕਰਦੇ, ਨਹੀਂ ਫਲ ਦਿੰਦੇ, ਤੇ ਇਹਦਾ ਮਤਲਬ ਕਿ ਫੇਰ ਅਸੀਂ ਪਿੱਛੇ ਰਹਿਣਾ ਹੈ ਤੇ ਅਸੀਂ ਅੱਗੇ ਨੂੰ ਕਿਵੇਂ ਵੱਧ ਸਕਦੇ ਆ। ਉਹ ਪੜ੍ਹ ਕੇ ਵੇਖੇ ਅਸੀਂ ਲੂਕਾ ਦੀ ਇੰਜੀਲ ਦੇ ਵਿੱਚ 15 ਬਾਬ ਜਲਦੀ 15:25 ਤੋਂ ਲੈ ਕੇ 32 ਤੱਕ ਪੜ੍ਹੀ ਜਲਦੀ ਮਿਲ ਗਿਆ ਪੜ੍ਹੀ। ਮੈਂ ਥੋੜਾ ਜਿਹਾ ਤੁਹਾਨੂੰ ਦੱਸ ਰਿਹਾ ਕਿ ਮਾਲਕ ਦੀ ਕੀ ਮਰਜ਼ੀ ਹੁੰਦੀ ਹੈ। ਮਾਲਕ ਦੀ ਮਰਜ਼ੀ ਦੇ ਅਨੁਸਾਰ ਚੱਲੀਏ। ਜੇਕਰ ਅਸੀਂ ਉਹਦੀ ਹੁਕਮਾਂ ਦੀ ਪਾਲਣਾ ਨਹੀਂ ਕਰਦੇ ਤੇ ਫਿਰ ਅਸੀਂ ਕਦੀ ਉਹਦੇ ਰਾਜ ਦੇ ਅਧਿਕਾਰੀ ਨਹੀਂ ਬਣਾਂਗੇ। ਮੈਂ ਦੱਸਿਆ ਨਾ ਤੁਹਾਨੂੰ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਕਿ ਯੋਰ ਮਾਰਿਆ ਜਾਂਦਾ ਹੈ ਪਰਮੇਸ਼ਰ ਦੇ ਰਾਜ ਵਾਸਤੇ। ਜੋਰਾ ਮਾਰ ਕੇ ਲੋਕ ਆ ਉਸ ਵਰਗ ਵਿੱਚ ਜਾ ਕੇ ਵੜਨਗੇ ਤੇ ਜਿਹੜੇ ਲੋਕ ਕਮਜ਼ੋਰ ਆ, ਕੁੰਦੇਲੇ ਆ, ਧੁੰਦ ਵੇਖਦੇ ਰਹਿੰਦੇ, ਠੰਡ ਵੇਖਦੇ ਰਹਿੰਦੇ, ਉਹ ਕਦੀ ਵੀ ਸਵਰਗ ਦੇ ਵਿੱਚ ਦਾਖਲ ਨਹੀਂ ਹੋਣਗੇ। ਕਿਉਂਕਿ ਸਵਰਗ ਦੇ ਰਾਜ ਵਾਸਤੇ ਯੋਰ ਮਾਰਿਆ ਜਾਂਦਾ। ਪੜ੍ਹ ਕੇ ਦੇਖੀਏ। ਪਰ ਉਹਦਾ ਵੱਡਾ ਪੁੱਤਰ ਖੇਤ ਵਿੱਚ ਸੀ। ਤੁਹਾਨੂੰ ਪਤਾ ਇੱਕ ਬਾਪ ਦੇ 2 ਬੇਟੇ ਸੀਗੇ ਭਾਈ ਤਰਸੇਮ ਜੀ। ਇੱਕ ਦਾ ਨਾਂ ਕੀ ਸੀਗਾ? ਇੱਕ ਦਾ ਨਾਂ ਉਹਨੂੰ ਅਜਾੜੂ ਪੁੱਤਰ ਕਿਹਾ ਗਿਆ। ਕੀ ਕਿਹਾ ਗਿਆ?
ਇਹ ਦੋ ਭਾਈ ਸੀਗੇ, ਇੱਕ ਛੋਟਾ ਸੀ, ਇੱਕ ਕੀ ਸੀਗਾ, ਵੱਡਾ ਸੀਗਾ, ਹੈ ਨਾ। ਤੇ ਛੋਟੇ ਭਾਈ ਨੇ ਆਪਣੇ ਬਾਪ ਨੂੰ ਭਲਾ ਕੀ ਕਿਹਾ ਸੀਗਾ ਕਿ ਜੋ ਕੁਛ ਮੇਰਾ ਬਣਦਾ ਹੈ ਮੈਨੂੰ ਦੇ ਦਿਓ। ਤੇ ਛੋਟੇ ਭਾਈ ਨੇ ਉਹਦੇ ਕੋਲ ਆਪਣੇ ਬਾਪ ਕੋਲ ਸਾਰਾ ਹਿੱਸਾ ਵੰਡਾ ਕੇ ਕਿੱਥੇ ਚਲ ਗਿਆ, ਇੱਕ ਦੂਰ ਦੇਸ਼ ਨੂੰ ਚਲ ਗਿਆ, ਕਹਿੰਦਾ ਮੈਂ ਕਿ ਬੜੀ ਦੂਰ ਚਲ ਗਿਆ ਉਹ। ਤੇ ਬੜੀ ਦੂਰ ਜਾ ਕੇ ਤੇ ਉਹਨੇ ਆਪਣੀ ਵੱਧ ਚੱਲਣੀ ਦੇ ਵਿੱਚ ਜੋ ਆਪਣਾ ਹੈਗਾ ਸੀ ਪੈਸਾ ਟਕਾ ਤੇ ਸਾਰਾ ਦਾ ਸਾਰਾ ਕੀ ਕੀਤਾ, ਉਹਨੇ ਅਡਾਤਾ। ਤੇ ਫਿਰ ਇੱਕ ਗਰੀਬੀ ਹਾਲਾਤ ਵਿੱਚ ਚਲ ਗਿਆ, ਕੰਗਾਲ ਹੋ ਗਿਆ, ਪੈਸੇ ਤੋਂ ਰਹਿ ਗਿਆ। ਤੇ ਫਿਰ ਵਚਨ ਦੇ ਵਿੱਚ ਲਿਖਿਆ ਉਹਨੇ ਹੋਸ਼ ਆ ਗਈ, ਜਦੋਂ ਸੂਰਾਂ ਦੀਆਂ ਛਿਲੜਾਂ ਤੇ ਸੂਰਾਂ ਦਾ ਖਾਣਾ ਉਹਨੂੰ ਖਾਣਾ ਪਿਆ ਤੇ ਫਿਰ ਉਹਨੂੰ ਹੋਸ਼ ਆ ਗਈ, ਟਿਕਾਣੇ ਆ ਗਈ। ਫਿਰ ਕੀ ਸੋਚਿਆ ਉਹਨੇ ਭਾਈ ਤਰਸੇਮ ਜੀ, ਉਹਨੇ ਕਿ ਮੇਰੇ ਬਾਪ ਦੇ ਘਰ ਦੇ ਵਿੱਚ ਇੰਨੇ ਸਾਰੇ ਨੌਕਰ, ਬਹੁਤ ਵਧੀਆ ਖਾਣ ਪੀਣ ਨੂੰ ਸਾਰਾ ਕੁਝ ਇੰਤਜ਼ਾਮ ਹੈ। ਮੇਰੇ ਬਾਪ ਦੇ ਘਰ ਵਿੱਚ ਬਹੁਤ ਸਾਰੇ ਨੌਕਰ ਹੈ, ਬਹੁਤ ਸਾਰੀਆਂ ਰੋਟੀਆਂ ਵਾਪਰਾ, ਮੈਂ ਜਾਵਾਂਗਾ ਤੇ ਜਾ ਕੇ ਆਪਣੇ ਪਿਓ ਦੀ ਘੁੱਟਨੇ ਟੇਕਾਂਗਾ, ਮਾਫੀ ਮੰਗ ਲਾਂਗਾ, ਕਹਾਂਗੇ ਬਾਪ ਮੈਨੂੰ ਕੀ ਕਰਦੇ, ਮਾਫ ਕਰ ਦੇ। ਤੇ ਬਾਪ ਮੈਨੂੰ ਕੀ ਕਰ ਦੇਗਾ, ਮਾਫ ਕਰ ਦੇਗਾ। ਤੇ ਵਚਨ ਦੇ ਵਿੱਚ ਲਿਖਿਆ ਕਿ ਫਿਰ ਜਦੋਂ ਉਸ ਬੱਚੇ ਨੇ ਹੋਸ਼ ਵਿੱਚ ਆਣ ਕੇ ਆਪਣੇ ਘਰ ਵਿੱਚ ਆ ਗਿਆ ਤੇ ਘਰ ਵਿੱਚ ਆਇਆ ਤੇ ਦੂਰੋਂ ਬਾਪ ਨੇ ਵੇਖ ਲਿਆ ਤੇ ਬਾਪ ਨੇ ਉਹਨੂੰ ਆਪਣੀ ਗੋਦ ਵਿੱਚ ਲੈ ਲਿਆ। ਕਿੱਥੇ ਲਿਆ ਉਹਨੂੰ, ਗੋਦ ਵਿੱਚ ਲੈ ਕੇ ਜੱਫੀ ਪਾ ਕੇ ਆਪਣੇ ਨੌਕਰਾਂ ਨੂੰ ਕਿਹਾ ਕਿ ਤੁਸੀਂ ਹੁਣ ਦੀ ਟਹਿਲ ਕਰੋ। ਇਹਦੀ ਟਹਿਲ ਕਿੱਦਾਂ ਕਰਨੀ, ਤੇ ਕੱਪੜੇ ਪੁਰਾਣੇ ਜਿਹੜੇ ਕੱਪੜਿਆਂ ਦੀ ਕੀ ਕਰ ਦੋ, ਉਤਾਰ ਦੋ। ਪੁਰਾਣੇ ਕੱਪੜੇ ਉਤਾਰ ਕੇ ਤੇ ਫੇਰ ਕੀ ਕਰੋ, ਇਹਨੂੰ ਨਵੇਂ ਕੱਪੜੇ ਪਵਾ ਦੋ। ਨਵੇਂ ਕੱਪੜੇ ਪਾਏ, ਨਵੀਂ ਜੁੱਤੀ ਪਵਾਈ, ਨਵਾ ਲਿਆ ਉਹਨੂੰ ਚੰਗੀ ਤਰ੍ਹਾਂ। ਤੇ ਫੇਰ ਬਾਪ ਨੇ ਕੀ ਕੀਤਾ ਭਲਾ, ਹੈ ਮੁੰਦੀ ਪਾਈ, ਉਹਨੂੰ ਕੀ ਪਾਇਆ, ਉਹਨੂੰ ਭਲਾ ਸੋਨੇ ਦੀ ਅੰਗੂਠੀ ਵੀ ਪਾਈ। ਫੇਰ ਉਹਦੀ ਪੂਰੀ ਤਿਆਰੀ ਕੀਤੀ, ਕਹਿੰਦਾ ਮਤਲਬ ਕਿ ਦੁਬਾਰਾ ਉਹਨੂੰ ਆਪਣੇ ਘਰ ਤੱਕ ਹੀ ਬਣਾ ਲਿਆ ਉਹਨਾਂ ਨੇ, ਮੇਂਬਰ ਬਣਾ ਲਿਆ। ਅੰਗੂਠੀ ਦਾ ਮਤਲਬ ਇਹ ਹੈ ਕਿ ਟੁੱਟੇ ਹੋਏ ਬੰਦੇ ਨੂੰ ਜੋੜਨਾ, ਕਹਿੰਦਾ ਮਤਲਬ ਕਿ ਰਿਸ਼ਤਾ ਜੋੜਨਾ। ਜਿਹੜੇ ਕ੍ਰਿਸਚਨ ਲੋਕ ਆ ਕਿਉਂ ਨਿਕਾਹ ਕਰਨ ਦੇ ਸਮੇਂ ਮੁੰਦਰੀ ਕਿਉਂ ਪਾਉਂਦੇ ਆ, ਸ਼ਾਹ ਜੀ ਨੂੰ ਕਹਿ ਸਕਦੇ ਹਨ, ਉਹ ਕਿ ਪਾਉਂਦੇ ਭਲਾ, ਰਿਸ਼ਤੇ ਨੂੰ ਜੋੜਨ ਦੇ ਵਾਸਤੇ, ਉਹ ਰਿਸ਼ਤੇ ਨੂੰ ਜੋੜਨ ਦੇ ਵਾਸਤੇ ਕਿ ਇਹ ਸਾਡਾ ਹੁਣ ਇਹਦੇ ਨਾਲ ਪੱਕਾ ਕੀ ਹੋ ਗਿਆ ਹੈ, ਰਿਸ਼ਤਾ ਬਣ ਗਿਆ ਹੈ। ਬਾਪ ਨੇ ਆਪਣੇ ਬੇਟੇ ਨੂੰ ਸੋਨੇ ਦੀ ਮੁੰਦੀ ਪਾਈ, ਕਹਿੰਦਾ ਮਤਲਬ ਕਿ ਰਿਸ਼ਤਾ ਪੱਕਾ ਜੋੜਿਆ, ਰਿਸ਼ਤਾ ਪੱਕਾ ਬਣਾ ਲਿਆ। ਤੇ ਬਾਅਦ ਵਿੱਚ ਵੱਡਾ ਭਾਈ ਵੀ ਆ ਗਿਆ। ਹਾਲੇਲੂਇਆ। ਕੌਣ ਆ ਗਿਆ ਜੀ, ਵੱਡਾ ਭਾਈ ਆ ਗਿਆ। ਹੁਣ ਵੱਡੇ ਭਾਈ ਦੇ ਕਾਰੇ ਵੇਖੀਏ ਭਲਾ 25 ਦੇ ਵਿੱਚ ਕੀ ਲੱਗਾ ਕਰਨ, ਪੜ੍ਹੀ। ਪਰ ਉਹਦਾ ਵੱਡਾ ਪੁੱਤਰ ਖੇਤ ਵਿੱਚ ਸੀ। ਹਾਂਜੀ। ਅਰ ਜਦੋਂ ਉਹ ਆਣ ਕੇ ਘਰ ਦੇ ਨੇੜੇ ਅੱਪੜਿਆ ਤਾਂ ਗਾਉਣ ਵਜਾਉਣ ਤੇ ਨੱਚਣ ਦੀ ਆਵਾਜ਼ ਸੁਣੀ। ਹੁਣ ਤੁਸੀਂ ਖਿਆਲ ਕਰਨਾ, ਪੂਰਾ ਨਾਚ ਰੰਗ ਹੋਣ ਡਿਆ ਕਾਹਦੇ ਵਿੱਚ, ਬੇਟਾ ਕੀ ਆ ਗਿਆ ਹੈ, ਘਰ ਆ ਗਿਆ ਹੈ, ਬੇਟੇ ਦੀ ਖੁਸ਼ੀ ਮਨਾ ਰਹੇ ਆ। ਇੱਥੇ ਤੱਕ ਕਿ ਬੱਕਰੇ ਛਤਰੇ ਵੀ ਬਣਾਤੇ ਹੈ, ਪੂਰਾ ਜਸ਼ਨ ਬਣਾ ਰਹੇ ਆ। ਤੇ ਵੱਡੇ ਬੇਟੇ ਨੇ ਆ ਕੇ ਵੇਖਿਆ ਤੇ ਕਹਿੰਦਾ ਯਾਰ ਕਮਾਲ ਦੀ ਗੱਲ ਆ, ਮੈਨੂੰ ਪਤਾ ਹੀ ਨਹੀਂਗਾ ਕਿ ਸਾਡੇ ਘਰ ਢੋਲ ਟਪਕਾ ਦਾ ਹੋਣ ਡਿਆ, ਇਹਨਾਂ ਨਾਚਣਾ ਹੋਣ ਡਿਆ, ਇੰਨੀਆਂ ਆਵਾਜ਼ਾਂ ਆਉਣ ਡਈਆਂ। ਉਹਨੇ ਇੱਕ ਨੌਕਰ ਨੂੰ ਸੱਦ ਲਿਆ। ਕਿਹਨੂੰ ਸੱਦ ਲਿਆ ਭਾਈ ਜੀ, ਨੌਕਰ ਨੂੰ ਸੱਦ ਕੇ ਕਹਿਣ ਲੱਗਾ ਭਾਈ ਜੀ ਦੱਸ ਸੁਣੋ ਮੇਰੇ ਕੀ ਸਾਡੇ ਘਰ ਕੀ ਰੌਣਕ ਮੇਲਾ ਲੱਗਾ। ਉਹ ਆਂਦਾ ਤੇਰਾ ਛੋਟਾ ਭਾਈ ਕੀ ਹੋ ਗਿਆ, ਬੋਲੋ ਕੀ ਆ, ਛੋਟਾ ਭਾਈ ਤੇਰਾ ਅੱਜ ਘਰ ਆਇਆ ਤੇ ਤੇਰੇ ਪਿਓ ਨੇ ਕੀ ਕੀਤੀ, ਉਹਦੀ ਪਾਰਟੀ ਕੀਤੀ ਆ, ਖੁਸ਼ੀ ਕੀਤੀ ਉਹਦੀ। ਤੇ ਫੇਰ ਭਲਾ ਭਾਈ ਤਰਸੇਮ ਜੀ ਕੀ ਹੋਇਆ, ਕੀ ਹੋ ਗਿਆ, ਉਹ ਕਿਉਂ ਦੁਖੀ ਹੋਇਆ, ਕਿਉਂਕਿ ਉਹ ਇੱਕ ਉਜਾੜ ਕੇ ਆ ਗਿਆ ਸਾਰਾ ਕੁਝ, ਵਫਾਦਾਰੀ ਤੋਂ ਬਗੈਰ ਹਿੱਸਾ ਲੈ ਗਿਆ, ਸਾਰਾ ਕੁਝ ਹਿੱਸਾ ਲੈ ਗਿਆ, ਸਭ ਕੁਝ ਜਾੜ ਆਇਆ। ਪਰ ਉਹ ਦੁਖੀ ਕਿਉਂ ਹੋਇਆ, ਆਇਆ ਤੇ ਆਪਣੇ ਬਾਪ ਦੇ ਕੋਲ। ਤੇਰੇ ਬੇਟੇ ਕਿੰਨੇ ਆ, ਦੋ ਬੇਟੇ ਆ ਨਾ, ਮੰਨ ਕੇ ਚੱਲਦੇ ਚਲੋ ਉਦਾਹਰਨਾ, ਮੈਂ ਤੁਹਾਡੀ ਦੀ ਨਾਲ ਤੁਸੀਂ ਗੁੱਸਾ ਕਰ ਲੈਣਾ, ਆ ਮੇਰੇ ਦੋ ਬੇਟੇ ਆ, ਠੀਕ ਆ ਨਾ, ਕਿਉਂਕਿ ਮੈਂ ਤੁਹਾਡੀ ਧਾਰਨਾ ਵਾਂਗਾ ਫਿਰ ਕਈ ਵੀ ਗਿਲਾ ਜਾਂਦਾ ਕਿ ਸਾਡੇ ਬੱਚੇ ਨਹੀਂ ਧਾਰਨ ਦੇ ਰਹੇ। ਮੰਨ ਕੇ ਚਲੋ ਕਿ ਮੇਰੇ ਦੋ ਬੇਟੇ, ਤਿੰਨ ਬੇਟੀਆਂ, ਮੇਰੇ ਤਿੰਨਾਂ ਬੇਟਿਆਂ ਦੇ ਵਿੱਚੋਂ ਇੱਕ ਬੇਟਾ ਸਭ ਕੁਝ ਹੀ ਉਜਾੜ ਕੇ ਤੇ ਕੰਗਾਲ ਹੋ ਜਾਂਦਾ, ਬਾਹਰ ਸੂਰਾਂ ਦਾ ਮਤਾਜ ਹੋ ਜਾਂਦਾ। ਕਹਿੰਦਾ ਮਤਲਬ ਕਿ ਸੂਰਾਂ ਦੀ ਨੌਕਰੀ ਵੀ ਲੱਭਣੇ ਸ਼ੁਰੂ ਹੋ ਜਾਂਦਾ ਹੈ। ਤੇ ਤੁਹਾਨੂੰ ਪਤਾ ਕਿ ਸੂਰ ਕਿਹੜੀ ਕਿਹੜੀ ਚੀਜ਼ ਖਾਂਦੇ ਆ, ਸੂਰ ਵੇਖਿਆ ਕਦੀ ਦਰਖਤ ਤੋਂ ਫਲ ਖਾਂਦਾ, ਤੂੰ ਕੋਈ ਚੜੀ ਨਹੀਂ ਹੋਣਾ, ਠੀਕ ਹੈ ਨਾ। ਕਹਿਣ ਦਾ ਮਤਲਬ ਕਿ ਜੋ ਤੁਹਾਡੀਆਂ ਚੀਜ਼ਾਂ ਸੁੱਟੀਆਂ ਹੁੰਦੀਆਂ ਹੈ ਉਹ ਸੂਰ ਖਾਂਦੇ ਹੈ। ਹੁਣ ਖਿਆਲ ਕਰੋ ਕਿ ਸੂਰਾਂ ਦੀ ਨੌਕਰੀ ਨੂੰ ਲੱਭ ਰਿਹਾ, ਮਤਾਜ ਹੋ ਗਿਆ। ਤੇ ਮੈਂ ਤੁਹਾਨੂੰ ਉਦਾਹਰਨ ਦੇ ਰਿਹਾ ਕਿ ਮੇਰੇ ਬੇਟੇ ਤਿੰਨ ਹੈ, ਤਿੰਨਾਂ ਦੇ ਵਿੱਚੋਂ ਇਹ ਬੇਟਾ ਜਿਹੜਾ ਹੈ ਇਹਨੂੰ ਮੈਂ ਉਜਾੜੂ ਪੁੱਤਰ ਕਹਿ ਸਕਦਾ। ਕੀ ਕਹਿ ਸਕਦਾ, ਜਦੋਂ ਉਜਾੜੂ ਪੁੱਤਰ ਘਰ ਆ ਗਿਆ ਤੇ ਫਿਰ ਮੇਰਾ ਕੀ ਫਰਜ਼ ਬਣਦਾ, ਇਹਨੂੰ ਧੱਕੇ ਮਾਰਨੇ ਚਾਹੀਦੇ ਕਿ ਨਹੀਂ ਉਹਦਾ, ਕਿਉਂ ਨਹੀਂ ਯਾਰ, ਸਭ ਕੁਝ ਲੁੱਟ ਕੇ ਲੈ ਗਿਆ, ਤੁਸੀਂ ਕਿਹਦਾ ਕਹਿੰਦਾ ਨਹੀਂ, ਇਹਨੂੰ ਘਰੋਂ ਕੱਢ ਦੇਣਾ ਚਾਹੀਦਾ। ਕੋਈ ਸਭ ਕੁਝ ਇਹਨੇ ਬਰਬਾਦ ਕਰਤਾ ਹੈ ਤੇ ਹਿੱਸਾ ਕਦਾ ਮੰਗਦਾ ਹੈ,
ਦੁਬਾਰਾ ਕੀ ਲੈਣਾ ਹੈ? ਪਰ ਨਹੀਂ, ਬਾਪ ਦਾ ਦਿਲ ਇਦਾਂ ਦਾ ਨਹੀਂ ਹੁੰਦਾ, ਮਾਂ ਦਾ ਦਿਲ ਇਦਾਂ ਨਹੀਂ ਹੁੰਦਾ। ਕਈ ਵੇਖਿਆ ਤੁਸੀਂ ਕੀ ਕਰ ਦਿੰਦੇ ਆ, ਜਦੋਂ ਬੱਚਾ ਗਲਤੀ ਕਰਦਾ ਤੇ ਕੀ ਕਰਦੇ ਆ, ਅਖਬਾਰ ਤੇ ਕਢਾ ਦਿੰਦੇ ਆ। ਕੀ ਕਰ ਦਿੰਦੇ ਭਲਾ? ਬੋਲੋ ਕੀ ਕਰ ਦਿੰਦੇ ਨੂੰ? ਬੇਦਖਲ ਕਰ ਦਿੰਦੇ। ਕੇਸ ਨਹੀਂ ਪੜ ਜਾਂਦਾ ਤੇ ਫਿਰ ਕਿੰਨਾ ਚਿਰ ਕਰਦੇ ਇਹਨੂੰ? ਹਾਂ, ਜਿੰਨਾ ਚਿਰ ਕੇਸ ਚੱਲਦਾ ਨਾ ਅਦਾਲਤ ਵਿੱਚ ਉਹਨਾਂ ਚਿਰ ਬਦਖਲ ਵਾ, ਤੇ ਜਦੋਂ ਕੇਸ ਮੁੱਕ ਗਿਆ ਤੇ ਫਿਰ ਦਾਖਲ ਕਰਦੇ। ਸਹੀ ਆਪ ਦਾਖਲ ਹੋ ਗਏ ਪਹਿਲਾਂ, ਫਿਰ ਥੋੜਾ ਜਿਹਾ ਉਹਨੂੰ ਕਰਦੇ, ਫਿਰ ਆਪ ਹੋ ਗਏ, ਫਿਰ ਥੋੜਾ ਜਿਹਾ ਉਹਨੂੰ ਕਰਦੇ, ਫਿਰ ਸਾਰਾ ਕੀ ਕਰ ਲੈਂਦੇ? ਉਹਨੂੰ ਦਾਖਲ ਕਰ ਲੈਂਦੇ। ਹਾਲੇਲੂਇਆ, ਹਾਲੇਲੂਇਆ। ਇਸ ਕਰਕੇ ਜਦੋਂ ਇਹ ਬੇਟਾ ਆਪਣਾ ਸਾਰਾ ਬਰਬਾਦ ਕਰਕੇ ਆਪਣੇ ਪਿਓ ਦੇ ਕੋਲ ਆਣ ਕੇ ਪਿਓ ਦੇ ਪੈਰੀ ਪੈ ਗਿਆ, ਇਹਨੇ ਮਨ ਚ ਧਾਰ ਲਿਆ ਕਿ ਮੇਰਾ ਬਾਪ ਜਿਹੜਾ ਹੈ ਉਹ ਮੈਨੂੰ ਕੀ ਕਰ ਦੇਗਾ? ਮਾਫ ਕਰੇਗਾ। ਆਪਣੇ ਬਾਪ को जाके माफी मंगेगा, स्वर्गीय पिता को भी जाके की मंगेगा? माफी मंगा। ਜਦੋਂ ਇਹਨੇ ਮਾਫੀ ਮੰਗ ਲਈ ਤੇ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਬਾਪ ਨੇ ਕੀ ਕਰਤਾ? ਇਹਨੂੰ ਮਾਫ ਕਰਤਾ, ਕਿਉਂਕਿ ਮਾਫੀ ਦਾ ਹੀ ਪਰਮੇਸ਼ਰ ਆ। ਉਹ ਮਾਫੀ ਤੋਂ ਹੀ ਹਰ ਵਿਅਕਤੀ ਨੂੰ ਮੁਕਤੀ ਦਿੰਦਾ ਹੈ। ਜਿਹੜਾ ਮਾਫੀ ਮੰਗ ਲੈਂਦਾ ਖੁਦਾ ਦੇ ਕੋਲੋਂ ਹਮੇਸ਼ਾ ਤੱਕ ਕਰ ਦਿੰਦਾ, ਉਹ ਮਾਫ ਕਰ ਦਿੰਦਾ। ਮਾਫੀ ਮੰਗ ਲਈ ਹੈ, ਵੱਡਾ ਭਾਈ ਆ ਗਿਆ, ਵੱਡੇ ਭਾਈ ਨੇ ਆਣ ਕੇ ਜਲਨ ਕਰਨੀ ਸ਼ੁਰੂ ਕਰਤੀ। ਕੀ ਕਰਤੀ ਭਲਾ? ਕਿਉਂਕਿ ਪਹਿਲਾਂ ਕਿੰਨਾ ਖੁਸ਼ ਸੀਗਾ। ਹਾਲੇਲੂਇਆ। ਪਹਿਲਾਂ ਕਿਉਂ ਖੁਸ਼ ਸੀਗਾ? ਕਿਉਂ ਸਾਰਾ ਕੀ ਹੋ ਗਿਆ? ਮੇਰਾ ਹੋ ਗਿਆ। ਸਾਰਾ ਧਨ ਕੀ ਹੋ ਗਿਆ? ਮੇਰਾ ਹੋ ਗਿਆ। ਘਰ ਕੀ ਹੋ ਗਿਆ? ਮੇਰਾ ਹੋ ਗਿਆ। ਮੋਟਰਸਾਈਕਲ ਮੇਰਾ, ਟਰੈਕਟਰ ਮੇਰਾ, ਸਾਰੀਆਂ ਚੀਜ਼ਾਂ ਕੀ ਹੋ ਗਿਆ? ਹੁਣ ਮੇਰੀ ਹੋ ਗਿਆ। ਪਹਿਲਾਂ ਇਸ ਕਰਕੇ ਖੁਸ਼ ਸੀ, ਤੇ ਦੂਜਾ ਪਿਆ ਆ ਗਿਆ ਤੇ ਫਿਰ ਹੈ ਨਾ, ਇਹ ਕੀ ਪੜ ਦੀ ਗੱਲ ਹੁਣ ਉਹ ਜਲਨ ਹੋ ਗਈ ਹੈ। ਹੁਣ ਕੀ ਕਰਨ ਲੱਗਾ? ਪੜ੍ਹੀਏ 25 ਆਇਤ ਨੂੰ, ਪੜ੍ਹੀਏ ਬੜੀ ਜਲਦੀ ਕਰ। ਤਦ ਨੌਕਰਾਂ ਵਿੱਚੋਂ ਇੱਕ ਨੂੰ ਆਪਣੇ ਕੋਲ ਸੱਦ ਕੇ ਪੁੱਛਿਆ, ਹਾਂਜੀ, ਭਈ ਇਹ ਕੀ ਹੈ? ਉਸਨੇ ਉਹਨੂੰ ਆਖਿਆ, ਤੇਰਾ ਭਰਾ ਆਇਆ ਹੈ, ਔਰ ਤੇਰੇ ਪਿਓ ਨੇ ਪੜਿਆ ਹੋਇਆ ਵਚਨ ਕੱਢਿਆ ਹੈ, ਇਸ ਲਈ ਜੋ ਉਹਨੂੰ ਭਲਾ ਚੰਗਾ ਪਾਇਆ। ਪਰ ਉਹ ਗੁੱਸੇ ਹੋਇਆ ਅਤੇ ਅੰਦਰ ਜਾਣ ਨੂੰ ਉਹਦਾ ਜੀ ਨਾ ਕੀਤਾ। ਦੇਖੋ ਖਿਆਲ ਕਰੋ ਤੁਸੀਂ, ਮੈਂ ਤੁਹਾਨੂੰ ਕਰੀ ਜੀ ਦੇ ਬਾਰੇ ਵੀ ਗੱਲ ਦੱਸੀ ਹੈ ਨਾ, ਕਿ ਆਪਣੇ ਭਰਾ ਦੇ ਨਾਲ, ਆਪਣੇ ਪਿਓ ਦੇ ਨਾਲ ਕੀ ਹੋ ਗਿਆ? ਗੁੱਸੇ ਹੋ ਗਿਆ। ਉਹਦਾ ਅੰਦਰ ਜਾਣ ਵਾਸਤੇ ਜੀ ਨਾ ਕੀਤਾ। ਕਿਉਂ ਭਲਾ? ਕਿ ਛੋਟਾ ਭਾਈ ਘਰ ਆ ਗਿਆ। ਹੁਣ ਤੁਸੀਂ ਖਿਆਲ ਕਰੋ, ਬਾਪ ਨੂੰ ਦੋਨੇ ਬੇਟੇ ਕੀ ਆ? ਪਿਆਰੇ ਹੈ। ਬਾਪ ਨੂੰ ਦੋਨੇ ਬੇਟੇ ਪਿਆਰੇ ਹੈ। ਮੇਰੇ ਕਹਿਣ ਦਾ ਮਤਲਬ ਉਸ ਭਾਈ ਨੂੰ ਵੀ ਨਾਲ ਖੁਸ਼ੀ ਕਰਨੀ ਚਾਹੀਦੀ ਸੀ, ਉਹਨੂੰ ਖੁਸ਼ੀ ਕਰਨੀ ਚਾਹੀਦੀ। ਮੇਰਾ ਭਰਾ ਗਵਾਚਾ ਸੀਗਾ, ਆ ਗਿਆ ਏ, ਕਹਿ ਤਾਂ ਮਤਲਬ ਕਿ ਮਰ ਗਿਆ ਸੀ, ਹੁਣ ਕੀ ਹੋ ਗਿਆ ਏ? ਜਿੰਦਾ ਹੋ ਗਿਆ ਹੈ। ਤੇ ਹੁਣ ਸਾਨੂੰ ਸਾਰੇ ਪਰਿਵਾਰ ਨੂੰ ਮਿਲ ਕੇ ਕੀ ਕਰੀਏ? ਅਸੀਂ ਖੁਸ਼ੀ ਕਰੀਏ। ਬੰਦਾ ਗਵਾਚ ਜਾਂਦਾ ਤੇ ਫਿਰ ਉਹ ਲੱਭਣ ਵਾਸਤੇ ਜਾਂਦੇ ਕਿ ਨਹੀਂ ਜਾਂਦੇ? ਜੇ ਗਵਾਚਾ ਰਵੇ ਤੇ ਫਿਰ ਕਈ ਗਵਾਚੇ ਵਾਪਸ ਮੁੜਦੇ ਹੀ ਨਹੀਂ, ਹੈ ਨਾ। ਤੇ ਕਈਆਂ ਨੂੰ ਗਵਾਚੇ ਲੱਭਣ ਵਾਸਤੇ ਜਾਂਦੇ ਆ। ਇਹ ਬੰਦਾ ਜਦੋਂ ਵੇਖਿਆ ਘਰ ਵਿੱਚ ਆ ਗਿਆ ਏ, ਤੇ ਭਰਾ ਨੇ ਬੜੀ ਜਲਨ ਕੀਤੀ ਕਿ ਇਹ ਕਿਉਂ ਆ ਗਿਆ। ਹੁਣ ਖਿਆਲ ਕਰੋ ਕਿ ਇਹ ਜਦੋਂ ਮੈਂ ਪਹਿਲੇ ਤੇ ਪਿਛਲੇ ਦੀ ਗੱਲ ਕਰ ਰਿਹਾ, ਜਿਹੜਾ ਪਿਛਲਾ ਸੀਗਾ ਉਹ ਕੀ ਹੋ ਗਿਆ? ਹੁਣ ਪਹਿਲਾ ਹੋ ਗਿਆ। ਜਿਹੜਾ ਪਹਿਲਾ ਸੀਗਾ ਉਹ ਪਿੱਛੇ ਹੋ ਗਿਆ। ਕਹਿੰਦਾ ਮਤਲਬ ਕਿ ਬਾਪ ਦੀ ਨਿਗਾਹ ਵਿੱਚ ਦੋਨੇ ਕੀ ਹੋ ਗਏ? ਦੋਨੇ ਪਿੱਛੇ ਨਹੀਂ ਹੋਏ, ਅੱਗੇ ਪਿੱਛੇ ਹੋ ਇਹ ਅਗੜ ਪਿਛੜ ਹੋ ਗਏ। ਕਹਿੰਦਾ ਮਤਲਬ ਕਿ ਜਿੱਦਾਂ ਸਿੱਧਾ ਸਿੱਧਾ ਲਫ਼ਜ਼ ਬੋਲ ਦੋ ਕਿ ਅਗੜ ਪਿਛੜ ਹੋ ਗਏ। ਕਹਿੰਦਾ ਮਤਲਬ ਕਿ ਜਿੰਨੇ ਪਹਿਲਾਂ ਆਦਰ ਲਿਆ ਸੀਗਾ ਉਹਨੇ ਜਲਣ ਕਰ ਲਈ, ਜਲਣ ਦੇ ਕਰਕੇ ਹੁਣ ਉਹ ਕੀ ਹੋ ਗਿਆ ਹੈ? ਪਿੱਛੇ ਹੋ ਗਿਆ। ਤੇ ਜਿਹਨੇ ਮਾਫੀ ਮੰਗ ਲਈ ਆਪਣੀ ਗਲਤੀ ਦੀ, ਉਹ ਕੀ ਹੋ ਗਿਆ? ਹੁਣ ਅੱਗੇ ਹੋ ਗਿਆ। ਇਸ ਤਰੀਕੇ ਨਾਲ ਖੁਦਾ ਜਿਹੜਾ ਉਹ ਕਿਸੇ ਦੇ ਨਾਲ ਪੱਖਪਾਤ ਨਹੀਂ ਕਰਦਾ, ਸਿਰਫ ਖੁਦਾ ਤੁਹਾਨੂੰ ਮਾਫੀ ਦੇਣ ਵਾਸਤੇ ਗੱਲ ਕਰਦਾ ਹੈ। ਮੇਰੇ ਕਹਿਣ ਦਾ ਮਤਲਬ ਕਿ ਕਦੀ ਵੀ ਵੱਡਾ ਜਾਂ ਛੋਟਾ ਭਾਈ ਨੂੰ, ਵੱਡੇ ਭਾਈ ਨੂੰ ਛੋਟੇ ਭਾਈ ਦੇ ਕਦੀ ਜਲਨ ਕਰਨ ਦੀ ਜ਼ਰੂਰਤ ਨਹੀਂ ਗੀ, ਕਿਉਂਕਿ ਬਾਪ ਦੇ ਵਾਸਤੇ ਦੋਨੇ ਬੇਟੇ ਬਰਾਬਰ। ਇਹਨੂੰ ਪੜੋਗੇ, ਪੂਰੀ ਗੱਲ ਪੜੋਗੇ 32 ਤੱਕ, ਤੇ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਬਾਪ ਨੇ ਦਇਆ ਕੀਤੀ ਸੀ। ਬਾਪ ਕੀ ਸੀਗਾ? ਦਇਆਵਾਨ ਸੀ, ਦਿਆਲੂ ਸੀਗਾ। ਉਹਨੇ ਦਇਆ ਕੀਤੀ ਤੇ ਦੋਨਾਂ ਨੂੰ ਸਮਝਾਇਆ। ਵੱਡੇ ਨੂੰ ਸਮਝਾਇਆ, ਕਹਿੰਦਾ ਦੇਖ ਤੇਰਾ ਸਭ ਕੁਝ ਹੀ ਆ, ਪਰ ਇਹ ਗਵਾਚ ਗਿਆ ਸੀ, ਮਰ ਗਿਆ ਸੀ, ਹੁਣ ਕੀ ਹੋ ਗਿਆ ਹੈ? ਲੱਭ ਗਿਆ, ਜਿੰਦਾ ਹੋ ਗਿਆ। ਹੁਣ ਅਸੀਂ ਇਹਦੀ ਕੀ ਕਰ ਰਹੇ ਹਾਂ? ਖੁਸ਼ੀ ਕਰ ਰਹੇ ਹਾਂ। ਇਹਦਾ ਮਤਲਬ ਕਿ ਤੇਰਾ ਹਿੱਸਾ ਗਵਾਚ ਗਿਆ, ਤੇਰਾ ਹਿੱਸਾ ਅਜੇ ਬਣਿਆ ਹੀ ਹੈਗਾ। ਤੇਰਾ ਅਠਿਆਨੀ ਹੈਗੀ ਆ, ਤੇਰੀ ਅਠਿਆਨੀ ਕੋਈ ਨਹੀਂ ਗਈ। ਇਸ ਕਰਕੇ ਮੇਰੇ ਤਾਂ ਸਾਰੇ ਦੱਸਣ ਦਾ ਮਤਲਬ ਹੈ ਕਿ ਜਦੋਂ ਕੋਈ ਨਵਾਂ ਬੰਦਾ ਰਲਦਾ ਹੈ ਤੇ ਫਿਰ ਸਾਨੂੰ ਉਹਦੀ ਖੁਸ਼ੀ ਮਨਾਉਣ ਦੀ ਜ਼ਰੂਰਤ ਹੈ। ਕੀ ਮਨਾਉਣ ਦੀ ਜ਼ਰੂਰਤ ਹੈ? ਅਸੀਂ ਪੁਰਾਣੇ ਬੰਦੇ ਉਹਦੀ ਖੁਸ਼ੀ ਕਰੀਏ ਕਿ ਸਾਡਾ ਗਵਾਚਾ ਸੀਗਾ। ਹਾਲੇਲੂਇਆ, ਹਾਲੇਲੂਇਆ। ਇਹ ਗਵਾਚਾ ਸੀਗਾ ਤੇ ਹੁਣ ਕੀ ਹੋਇਆ ਹੈ? ਲੱਭ ਗਿਆ ਹੈ।
ਤੇ ਮਰ ਗਿਆ ਸੀ ਤੇ ਹੁਣ ਕੀ ਹੋਇਆ ਏ ਜ਼ਿੰਦਾ ਹੋਇਆ। ਸਾਨੂੰ ਉਹਦੀ ਬੜੀ ਖੁਸ਼ੀ ਮਨਾਉਣੀ ਚਾਹੀਦੀ ਆ। ਅਸੀਂ ਕਦੀ ਵੀ ਦਿਲ ਵਿੱਚ ਇਹ ਧਾਰਨਾ ਨਹੀਂ ਧਾਰਨੀ ਤੇ ਜੇ ਇਹ ਰਲ ਗਿਆ ਤੇ ਹੁਣ ਪਤਾ ਨਹੀਂ ਸਾਡਾ ਕੀ ਬਣਨਾ। ਨਹੀਂ, ਅਠਿਆਨੀ ਤੁਹਾਡੀ ਜਿਹੜੀ ਆ ਖੁਦਾ ਨੇ ਰੱਖੀ ਆ ਪੂਰੀ ਤੁਹਾਨੂੰ ਮਿਲਣੀ ਹੈ। ਉਹ ਤੁਹਾਡੀ ਅਠਿਆਨੀ ਗਵਾਚਦੀ ਨਹੀਂ ਪਰ ਰਹੋਗੇ ਕਿਦਾਂ ਦੇ। ਅਠਿਆਨੀ ਦੇ ਵੱਲ ਜਾਣਾ ਹੈ, ਅਠਿਆਨੀ ਗਵਾਉਣੀ ਨਹੀਂ ਗਈ। ਅਸੀਂ ਦੇਖਣਾ ਕਿ ਜਦੋਂ ਅਸੀਂ ਤੋਬਾ ਕੀਤੀ ਮੌਸਮਾ ਲੈ ਲਿਆ ਹੈ, ਅਸੀਂ ਬਾਗ ਵਿੱਚ ਕੰਮ ਕਰਨਾ ਸ਼ੁਰੂ ਕਰਤਾ ਹੈ, ਅੰਗੂਰੀ ਬਾਗ ਨੂੰ ਸੰਭਾਲਣਾ ਸ਼ੁਰੂ ਕਰਤਾ ਹੈ ਤੇ ਖੁਦਾ ਨੇ ਸਾਡੀ ਉਦੋਂ ਦੀ ਠਿਆਨੀ ਸਾਡੇ ਨਾਲ ਰੱਖੀ ਹੋਈ ਹੈ ਸੰਭਾਲ ਕੇ। ਜਿਹੜਾ 1 ਘੰਟਾ ਆਉਂਦਾ ਹੈ ਉਹਦੀ ਵੀ ਠਿਆਨੀ ਹੈ, ਇਹ ਸਾਡੇ ਵੱਲੋਂ ਨਹੀਂ, ਕਹਿੰਦਾ ਮਰ ਕੇ ਖੁਦਾ ਵੱਲੋਂ। ਮੇਰੇ ਕੋਲ ਠਿਆਨੀ ਨਹੀਂ ਲਿਖ ਦੇ ਰਹੇ ਹਾਲੇਲੂਇਆ, ਕਿਉਂਕਿ ਇਹ ਸਭ ਕੁਝ ਹੀ ਪ੍ਰਭੂ ਦਿੰਦਾ ਹੈ। ਚਲਿਏ ਅਸੀਂ ਲੂਕਾ ਦੀ ਇੰਜੀਲ ਦੇ 23 ਬਾਬ ਦੀ 39 ਤੇ 43 ਆਇਤ ਵਿੱਚ ਕਿ ਖੁਦਾ ਜਿਹੜਾ ਹੈ ਉਹ ਕਿਸੇ ਦਾ ਪੱਖਪਾਤ ਨਹੀਂ ਕਰਦਾ। ਵਚਨ ਦੇ ਵਿੱਚ ਲਿਖਿਆ 2 ਵਿਅਕਤੀ ਸਲੀਬ ਤੇ ਚੜੇ ਸੀਗੇ, ਤੀਜਾ ਯਿਸੂ ਮਸੀਹ ਸੀਗਾ। ਕਿੰਨੇ ਵਿਅਕਤੀ ਸਲੀਬ ਤੇ ਚੜੇ ਸੀਗੇ? 3 ਚੜੇ ਸੀਗੇ। 2 ਵਿਅਕਤੀ, ਇੱਕ ਸੱਜੇ ਖੱਬੇ ਸੀਗਾ ਤੇ ਯਿਸੂ ਮਸੀਹ ਸੈਂਟਰ ਵਿੱਚ ਸੀਗਾ। ਤੇ ਇੱਕ ਵਿਅਕਤੀ ਕਹਿਣ ਲੱਗਾ, ਪ੍ਰਭੂ ਯਿਸੂ ਮਸੀਹ ਨੂੰ ਮਿਹਣੇ ਮਾਰਦਾ ਹੈ, ਕਹਿੰਦਾ ਪ੍ਰਭੂ ਯਿਸੂ ਮਸੀਹ ਜੇ ਤੂੰ ਖੁਦਾ ਦਾ ਬੇਟਾ ਵਾ, ਮਸੀਹ ਆ ਤੇ ਸਾਨੂੰ ਵੀ ਬਚਾ ਕੇ ਆਪਣੇ ਆਪ ਨੂੰ ਕੀ ਕਰ ਬਚਾ। ਇੱਕ ਵਿਅਕਤੀ ਪਤਾ ਕੀ ਕਹਿਣ ਲੱਗਾ, ਕਹਿੰਦਾ ਯਾਰ ਛੱਡ ਖੜਾ, ਤੂੰ ਕਿਹੜੇ ਕੰਮ 'ਚ ਪੈ ਗਿਆ? ਯਿਸੂ ਮਸੀਹ ਜਿਹੜਾ ਹੈ ਇਹਨੇ ਕੋਈ ਗੁਨਾਹ ਨਹੀਂ ਕੀਤਾ। ਅਸੀਂ ਸਾਰੇ ਆਪਣੀਆਂ ਗੁਨਾਹਾਂ ਲਈ ਕੀ ਕਰ ਰਹੇ ਹਾਂ? ਸਜ਼ਾ ਭੁਗਤ ਰਹੇ ਹਾਂ, ਪਰ ਪ੍ਰਭੂ ਨੇ ਕੋਈ ਗੁਨਾਹ ਨਹੀਂ ਕੀਤਾ। ਤੇ ਪ੍ਰਭੂ ਨੂੰ ਪਤਾ ਕੀ ਕਹਿਣ ਲੱਗਾ, ਕਹਿੰਦਾ ਪ੍ਰਭੂ ਜੀ ਜਦੋਂ ਤੁਸੀਂ ਆਪਣੇ ਰਾਜ ਵਿੱਚ ਹੋਗੇ ਮੈਨੂੰ ਕੀ ਕਰਿਓ? ਤੇ ਯਿਸੂ ਮਸੀਹ ਕਹਿੰਦਾ ਤੂੰ ਅੱਜ ਹੀ ਮੇਰੇ ਨਾਲ ਸਵਰਗ ਦੇ ਵਿੱਚ ਹੋਵੇਗਾ। ਠੀਕ ਹੈ ਨਾ? ਹੁਣ ਕਿੱਦਾਂ ਹੋ ਗਈ ਗੱਲ ਬਣ ਗਈ? ਦੋਨੇ ਇਕੱਠੇ ਸਲੀਬ ਤੇ ਚੜੇ ਹੋ, ਹੈ ਨਾ? ਹਾਲੇਲੂਇਆ, ਦੋਨੇ ਇਕੱਠੇ ਚੜੇ। ਪੜ੍ਹੀਏ ਭਲਾ, ਪੜ੍ਹ ਕੇ ਵੇਖੀ ਪਹਿਲਾਂ। ਉਹਨਾਂ ਪਿਆਰਾਂ ਵਿੱਚੋਂ ਜਿਹੜੇ ਟਕੇ ਹੋਏ ਸਨ, ਇੱਕ ਨੇ ਇਹ ਕਹਿ ਕੇ ਉਹਨੂੰ ਮਿਹਣਾ ਮਾਰਿਆ ਕਿ ਭਲਾ ਤੂੰ ਮਸੀਹ ਨਹੀਂ ਹੈ ਤਾਂ ਆਪਣੇ ਆਪ ਨੂੰ ਅਤੇ ਸਾਨੂੰ ਵੀ ਬਚਾ। ਪਰ ਦੂਏ ਨੇ ਅੱਗੋਂ ਉਸ ਨੂੰ ਝਿੜਕ ਕੇ ਆਖਿਆ ਕਿ ਤੂੰ ਆਪ ਇਸੇ ਕਸ਼ਟ ਵਿੱਚ ਪਿਆ ਹੋਇਆ ਪਰਮੇਸ਼ਵਰ ਕੋਲ ਨਹੀਂ ਡਰਦਾ। ਅਸੀਂ ਤਾਂ ਨਿਆਂ ਨਾਲ ਆਪਣੀ ਕਰਨੀ ਦਾ ਫਲ ਭੋਗਦੇ ਹਾਂ, ਪਰ ਉਹਨੇ ਕੋਈ ਔਗਣ ਨਹੀਂ ਕੀਤਾ। ਯਿਸੂ ਮਸੀਹ ਨੇ ਕੋਈ ਔਗਣ ਨਹੀਂ ਕੀਤਾ। ਇੱਥੇ ਇਸ ਬੰਦੇ ਨੇ ਉਸ ਬੰਦੇ ਨੇ ਗੁਨਾਹ ਕੀਤੇ ਨਹੀਂ ਕੀਤੇ, ਯਿਸੂ ਮਸੀਹ ਨੇ ਗੁਨਾਹ ਕੋਈ ਨਹੀਂ ਕੀਤਾ, ਪਰ ਇਹਨੇ ਗੁਨਾਹ ਦੱਸਿਆ ਕਿ ਪ੍ਰਭੂ ਯਿਸੂ ਮਸੀਹ ਸਾਨੂੰ ਵੀ ਕੀ ਕਰ, ਆਪ ਹੀ ਬਚ ਜਾ ਤੇ ਸਾਨੂੰ ਵੀ ਬਚਾ ਲਾ। ਪਰ ਉਸ ਵਿਅਕਤੀ ਨੇ ਕਿਹਾ ਕਿ ਦੇਖ ਅਸੀਂ ਆਪਣੇ ਗੁਨਾਹਾਂ ਦੇ ਕਰਕੇ ਕਿੱਥੇ ਚੜੇ ਆ? ਸਲੀਬ ਤੇ ਚੜੇ ਆ। ਤੇ ਅਗਲੀ ਲਾਈਨ ਪੜ੍ਹ ਕੇ ਦੇਖਿਓ ਭਰਾ। ਅਤੇ ਉਹਨੇ ਆਖਿਆ, ਹੈ ਯਿਸੂ, ਹਾਂਜੀ ਤੂੰ ਆਪਣੇ ਰਾਜ ਵਿੱਚ ਆਵੇਂ। ਹਾਂਜੀ, ਜਾਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਚੇਤੇ ਕਰੀ। ਜਾਂ ਤੂੰ ਆਪਣੇ ਰਾਜ ਵਿੱਚ ਆ ਮੈਨੂੰ ਕੀ ਕਰੀ? ਚੇਤੇ ਕਰੀ। ਹਾਂਜੀ, ਫਿਰ ਅੱਗੇ ਉਸਨੇ ਉਹਨੂੰ ਆਖਿਆ, ਮੈਂ ਤੈਨੂੰ ਸੱਚ ਆਖਦਾ ਹਾਂ ਭਈ ਅੱਜ ਤੂੰ ਮੇਰੇ ਸੰਗ ਸਵਰਗ ਵਿੱਚ ਹੋਵੇਗਾ। ਠੀਕ ਹੈ ਜੀ, ਹਾਲੇਲੂਇਆ, ਹਾਲੇਲੂਇਆ। ਉਹਨਾਂ ਤਾੜੀਆਂ ਲਾ ਕੇ ਮਰ ਗਏ। ਕੀ ਕਰਨਾ? ਇਹ ਦੋ ਵਿਅਕਤੀ ਆ ਨਾ, ਦੋਨੇ ਗੁਨਾਹ ਦੇ ਕਰਕੇ ਸਲੀਬ ਤੇ ਚੜੇ। ਇੱਕ ਕਿੱਥੇ ਚਲ ਗਿਆ? ਹੁਣ ਇੱਕ ਕਿੱਥੇ ਚਲ ਗਿਆ? ਇੱਕ ਕਿੱਥੇ ਚਲ ਗਿਆ? ਫਿਰ ਨਰਕ ਵਿੱਚ। ਠੀਕ ਆ ਨਾ? ਬੰਦੇ ਦੋਵੇਂ ਸਲੀਬ ਤੇ ਚੜੇ ਆ। ਇਹਨਾਂ ਦੀ ਮਰਜ਼ੀ ਕਿਹਨੇ ਵਰਤ ਲਈ? ਸਵਰਗ ਵਿੱਚ ਕਿਹਨੂੰ ਖੜਿਆ ਉਹਨੇ? ਕਹਿੰਦਾ ਬਲਕਿ ਮਾਲਕ ਦੀ ਮਰਜ਼ੀ ਹੋਈ ਦੋਵਾਂ ਨੂੰ ਕਹਿ ਸਕਦਾ ਯਾਰ ਤੂੰ ਵੀ ਗਲਤੀ ਦੀ ਮਾਫੀ ਮੰਗ ਲੈ, ਤੈਨੂੰ ਵੀ ਸਵਰਗ ਵਿੱਚ ਲੈ ਜਾਂਦੇ, ਪਰ ਉਹਨੇ ਮੰਨੀ ਨਹੀਂ, ਉਹਨੂੰ ਸਵਰਗ ਵਿੱਚ ਨਹੀਂ ਖੜਿਆ। ਯਿਸੂ ਮਸੀਹ ਨੇ ਕਿਹਾ ਕਿ ਤੂੰ ਅੱਜ ਹੀ ਮੇਰੇ ਨਾਲ ਸਵਰਗ ਦੇ ਵਿੱਚ ਹੋਵੇਗਾ, ਕਿਉਂਕਿ ਇੱਕ ਰਹਿ ਗਿਆ ਨਾ ਇੱਥੇ, ਇੱਕ ਇੱਥੇ ਰਹਿ ਗਿਆ, ਇੱਕ ਯਿਸੂ ਮਸੀਹ ਨੇ ਨਾਲ ਚਲੇ ਗਿਆ। ਕਹਿੰਦਾ ਬਲਕਿ ਮਾਲਕ ਜਿਹੜਾ ਹੈ ਨਾ ਉਹ ਧਰਮੀ ਆ ਤੇ ਨਿਆਈ ਆ, ਉਹ ਕਿਸੇ ਦਾ ਪੱਖਪਾਤ ਕਰਦਾ ਨਹੀਂਗਾ। ਇਸ ਕਰਕੇ ਇੱਥੇ ਖਿਆਲ ਕਰਨਾ ਕਿ ਯਿਸੂ ਮਸੀਹ ਜਿਹੜਾ ਹੈ ਇਹਨੇ ਅੱਜ ਤੇ ਕੱਲ ਤੇ ਜੁਗੋ ਜੋਗੀ ਇੱਕੋ ਜਿਹਾ ਪਰਮੇਸ਼ਰ ਆ। ਇਨਸਾਨ ਬਦਲ ਜਾਂਦਾ ਪਰ ਪ੍ਰਭੂ ਕਦੇ ਨਹੀਂ ਬਦਲਦਾ। ਜੇ ਉਹਨੇ ਠਿਆਣੀ ਚੁੱਕੀ ਆ ਤੁਹਾਡੇ ਨਾਲ ਤੇ ਠਿਆਣੀ ਤੁਹਾਨੂੰ ਉਹਨੇ ਦੇਣੀ ਆ, ਭਾਵੇਂ ਤੁਸੀਂ 50 ਸਾਲ ਦੇ ਹੋ ਜਾਓ ਚਾਹੇ 100 ਸਾਲ ਦੇ ਹੋ ਜਾਓ। ਹਾਲੇਲੂਇਆ। ਤੁਹਾਡੇ ਨਾਲ ਉਹਨੇ ਹਾਂ ਕੀਤੀ ਆ ਮੁਕਤੀ ਦੀ। ਠਿਆਣੀ ਏਦਾਂ ਨਹੀਂ ਮਿਲਣੀ, ਪੈਸੇ ਨਹੀਂ ਮਿਲਣੇ। ਕਹਿੰਦਾ ਮਰ ਕੇ ਤੁਹਾਡੇ ਨਾਲ ਪਰਮੇਸ਼ਰ ਨੇ ਹਾਂ ਕੀਤੀ ਆ ਕਿ ਤੁਹਾਨੂੰ ਮੁਕਤੀ ਦੇਣ ਵਾਸਤੇ, ਕਹਿੰਦਾ ਕਿ ਅੱਜ ਹੀ ਤੁਸੀਂ ਮੇਰੇ ਨਾਲ ਸਵਰਗ ਦੇ ਵਿੱਚ ਹੋਗੇ। ਤੇ ਜੇ ਤੁਹਾਨੂੰ ਕਹਿਤਾ ਉਹਨੇ ਫਿਰ ਤੁਸੀਂ ਅੱਜ ਹੀ ਸਵਰਗ ਦੇ ਵਿੱਚ ਹੋਗੇ, ਪਰ ਕਰਨਾ ਕੀ ਪਵੇਗਾ? 43 ਜਿਹੜੀ ਅਸੀਂ ਪੜ੍ਹੀ ਸੀ ਉਹਦੇ ਨਾਲ ਕਹਿੰਦਾ ਹੈ ਕਿ ਅਸੀਂ
ਉਹਦੇ ਰਾਜ ਵਿੱਚ ਜ਼ੋਰ ਮਾਰਨਾ ਹੈ। ਕਦੇ ਆਪਣਾ ਮੁਕਟ ਗਵਾ ਨਾ ਦਈਏ, ਕਿਤੇ ਸਾਡਾ ਕੋਈ ਮੁਕਟ ਹੋਰ ਨਾ ਲੈ ਕੇ ਚਲਿਆ ਜਾਵੇ। ਚਲਿਏ ਰੋਮੀਓ ਦੀ ਕਿਤਾਬ ਵਿੱਚ 9 ਦੀ 18 ਪੜ੍ਹ ਕੇ ਦੁਆ ਕਰੀਏ, ਫਿਰ ਵਚਨ ਬੰਦ ਕਰੀਏ, ਕਿਉਂਕਿ ਅਗਲਾ ਹਿੱਸਾ ਕੋ ਸਾਡਾ ਹੋਰ ਵੱਜ ਇਹ ਸਲਾਹ ਗਿਣਤੀ ਦਾ 25 ਦਸੰਬਰ ਦੇ ਬਾਰੇ ਕੁਝ ਗੱਲਬਾਤ ਕਰਨੀ ਹੈ। ਤੇ ਇਹ ਇੱਕ ਹੱਥ ਪੜ੍ਹ ਕੇ ਦੁਆ ਕਰਾਂਗੇ ਪ੍ਰਭੂ ਦੇ ਵਚਨ ਦੇ ਬਾਰੇ ਕਿ ਪ੍ਰਭੂ ਯਿਸੂ ਮਸੀਹ ਜਿਹੜਾ ਹੈ ਉਹ ਨਾ ਮੇਰਾ ਨਾ ਤੁਹਾਡਾ ਕਿਸੇ ਦਾ ਪੱਖਪਾਤ ਕਰਦਾ ਨਹੀਂਗਾ। ਬੋਲੋ, ਪ੍ਰਭੂ ਕਿਸ ਦਾ ਪੱਖਪਾਤ ਕਰਦਾ ਨਹੀਂ ਹੈ। ਮਾਲਕ ਦੀ ਮਰਜ਼ੀ ਹੈ ਕਿਹਨੂੰ ਉਹਨੇ ਗਾੜੀ ਲਾਉਣਾ ਤੇ ਕਿਹਨੂੰ ਉਹਨੇ ਪਿੱਛੇ ਕਰ ਦੇਣਾ ਹੈ। ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਸੀਗੇ ਉਹ ਪਿਛਲੇ ਸਮਿਆਂ ਵਿੱਚ ਵੀ ਇਦਾਂ ਹੀ ਹੋਏ ਆ ਕਿ ਜਿਹੜੇ ਪਹਿਲਾਂ ਸੀਗੇ ਉਹ ਕੀ ਹੋ ਗਏ, ਜਿਹੜੇ ਪਿਛਲੇ ਸੀਗੇ ਉਹ ਅੱਗੇ ਹੋ ਗਏ। ਕਹਿੰਦਾ ਮਤਲਬ ਕਿ ਦੌੜ ਲੱਗੀ ਹੋਈ ਸਾਡੀ ਕਿਹਦੀ, ਸਾਡੀ ਸਾਰਿਆਂ ਦੀ ਲੱਗੀ ਹੋਈ ਆ ਦੌੜ ਲੱਗੀ। ਪਹਿਲਾਂ ਦੇ ਦੌੜ ਲੱਗਦੀ, ਫਿਰ ਕੀ ਕਰਦੇ ਭਲਾ, ਦੌੜਦੇ ਕਿ ਨਹੀਂ ਹੋ? ਤੇ ਫਿਰ ਦੌੜਦੇ ਕਾਹਦੇ ਵਾਸਤੇ ਹੋ? ਉਹ ਜਿੱਤਣ ਵਾਸਤੇ ਹੁੰਦੀ ਆ ਕਿ ਦੌੜ ਕੇ ਅੱਗੇ ਲੰਘੀਏ ਤੇ ਫਿਰ ਅਸੀਂ ਜਿੱਤ ਜਾਾਂਗੇ। ਤੇ ਜੇ ਇਹ ਪਿੱਛੇ ਪੈਰ ਘਸਾਉਂਦੇ ਰਹੀਏ ਤੇ ਫਿਰ ਕਦੀ ਵੀ ਜਿੱਤ ਹਾਸਲ ਬੰਦਾ ਨਹੀਂ ਕਰ ਸਕਦਾ। ਤੁਸੀਂ ਰਾਜ ਵਾਸਤੇ ਕੀਆ ਜ਼ੋਰ ਮਾਰਨਾ ਤਿਆਰੀ ਕਰਨੀ ਤੇ ਪ੍ਰਭੂ ਤੁਹਾਨੂੰ ਕਿਤੇ ਦਾ ਬਰਕਤ ਦੇਵੇ। ਇੱਕ ਹੱਥ ਪੜ ਕੇ ਦੁਆ ਕਰੀਏ। ਸੋ ਜਿਹਦੇ ਉੱਤੇ ਚਾਹੁੰਦਾ ਹੈ ਉਹਦੇ ਉੱਤੇ ਦਇਆ ਕਰਦਾ ਹੈ। ਇੱਥੇ ਵਚਨ ਦੇ ਵਿੱਚ ਲਿਖਿਆ ਜਿਹਦੇ ਉੱਤੇ ਚਾਹੁੰਦਾ ਹੈ ਉਹਦੇ ਉੱਤੇ ਕੀ ਕਰ ਦਿੰਦਾ? ਦਇਆ ਕਰਦਾ। ਲਾਸਟ ਦੀ ਸ਼ਬਦ ਹੈ ਮਾਲਕ ਦੀ। ਮੈਂ ਦੱਸ ਰਿਹਾ ਕਿ ਮਾਲਕ ਦੀ ਕੀ ਮਰਜ਼ੀ ਆ। ਇੱਥੇ ਲਿਖਿਆ ਜਿਹਦੇ ਉੱਤੇ ਚਾਹੁੰਦਾ ਉਹਦੇ ਉੱਤੇ ਕੀ ਕਰ ਦਿੰਦਾ? ਦਇਆ ਕਰ ਦਿੰਦਾ। ਫਿਰ ਅੱਗੇ ਅਤੇ ਜਿਹਦੇ ਉੱਤੇ ਉਹ ਚਾਹੁੰਦਾ ਹੈ ਉਹ ਸ਼ਕਤੀ ਕਰਦਾ ਹੈ। ਮਰਜ਼ੀ ਉਹਦੀ ਆ ਨਾ। ਜਿਹਦੇ ਉੱਤੇ ਚਾਹੁੰਦਾ ਦਇਆ ਕਰ ਦਿੰਦਾ, ਜਿਹਦੇ ਉੱਤੇ ਚਾਹੁੰਦਾ ਉਹ ਕੀ ਕਰ ਦਿੰਦਾ? ਸ਼ਕਤੀ ਵਰਤਦਾ। ਕਹਿੰਦਾ ਮਤਲਬ ਕਿ ਆਪਣੀ ਪਾਵਰ ਕੀ ਕਰਦਾ? ਉਹ ਵਰਤ ਲੈਂਦਾ। ਇਸ ਕਰਕੇ ਉਹਦੀ ਮਰਜ਼ੀ ਦੇ ਵਿੱਚ ਬਣੇ ਰਹੀਏ ਤੇ ਉਹਦੀ ਮਰਜ਼ੀ ਦੇ ਨਾਲ ਚੱਲੀਏ ਤੇ ਖੁਦਾ ਨੂੰ ਹਮੇਸ਼ਾ ਕਰੀਏ ਕਰਦੇ ਜੀ ਕਿ ਖੁਦਾ ਸਾਡੀ ਅਖਿਆਲੀ ਜਿਹੜੀ ਆ ਕਿਤੇ ਗਵਾਚ ਨਾ ਜਾਏ। ਹਾਲੇਲੂਇਆ। ਆਪਣੀ ਖਿਆਲੀ ਵਿੱਚ ਰੱਖਣਾ ਹੈ। ਤੁਹਾਨੂੰ ਕੋਈ ਪੁੱਛੇ ਵੀ ਖਿਆਲੀ ਦਾ ਕੀ ਮਤਲਬ ਇਹ ਕੀ ਦੱਸੋਗੇ? ਕਿਉਂ ਭਾਈ ਜੀ? ਪਾਪਾ ਜੀ ਕੋ ਪੁੱਛ ਸਕਦਾ ਤੁਹਾਨੂੰ, ਤੁਸੀਂ ਬੰਦੇ ਸੀਨੀਅਰ ਕਹਿੰਦਾ ਬਲਕਿ ਸਿਆਣੇ ਸਾਡੇ ਸਾਰਿਆਂ ਵਿੱਚ, ਜੇ ਕੋ ਤੁਹਾਨੂੰ ਪੁੱਛੇ ਭਾਈ ਠਿਆਨੀ ਦਾ ਕੀ ਮਤਲਬ ਹੈ ਕੀ ਦੱਸੋਗੇ ਇਹਨਾਂ ਨੂੰ? ਯਾਨੀ ਦਾ ਮਤਲਬ ਹੋ ਗਿਆ ਚੌਥਾ ਭਾਗ ਵੀ ਪੂਰਾ ਹੋ ਗਿਆ ਤੇ ਹੁਣ ਟਾਈਮ ਵੀ ਹੋ ਗਿਆ ਪ੍ਰਭੂ ਦਾ। ਚੌਥਾ ਭਾਗ ਹੋ ਗਿਆ ਪੂਰਾ। ਮੈਂ ਕਿਹਾ ਉਹਦਾ ਮਤਲਬ ਕੀ ਹੈ? ਅਠਿਆਨੀ ਜਿਹੜੀ ਹੈ ਮੂਰਤੀ ਨੂੰ ਦੱਸ ਰਹੀ ਆ ਕਿ ਜਿੱਦਣ ਤੋਂ ਅਸੀਂ ਤੋਬਾ ਕਰਦੇ ਆ, ਬੌਸਮਾ ਲੈ ਰਿਆ, ਮਸੀਹ ਦੇ ਨਾਲ ਚੱਲਣਾ ਸ਼ੁਰੂ ਹੋ ਗਿਆ, ਖੁਦਾ ਨੇ ਸਾਨੂੰ ਸਵਰਗ ਦੇ ਭਾਗੀ ਬਣਾ ਦਿੱਤਾ। ਕਹਿਣ ਦਾ ਮਤਲਬ ਕਿ ਸਵਰਗ ਦਾ ਹਿੱਸਾ ਦੇਣ ਵਾਸਤੇ ਤਿਆਰ ਆ ਕਿ ਜੇ ਅਸੀਂ ਸੋਚ ਲਓ ਪੂਰੇ ਉਹਦੇ ਕੰਮ ਨੂੰ ਪੂਰਿਆ ਕਰਾਂਗੇ ਤੇ ਫੇਰ ਠਿਆਨੀ ਲੈ ਲਾਂਗੇ। ਤੇ ਨਹੀਂ ਤੇ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਤੁਹਾਡੇ ਕੋਲ ਰਾਜ ਖੋ ਕੇ ਦੂਜਿਆਂ ਨੂੰ ਦਿੱਤਾ ਜਾਵੇ। ਤੇ ਗਵਾਂਢੀ ਨੂੰ ਦਿੱਤਾ। ਉਹਦੇ ਇਦਾਂ ਨਾ ਵੀ ਕਿਤੇ ਤਰਪੈਲ ਨਾ ਮਿਲੇ, ਉੱਥੇ ਮਕਾਨਾਂ 'ਚ ਬਹਿਣਾ ਕਿ ਤਰਪੈਲਾਂ 'ਚ ਬਹਿਣਾ। ਇਹ ਤੇ ਆਪਾਂ ਨੂੰ ਆਪ ਹੀ ਆਈ ਤੋਂ ਕਿਤੇ ਆਪ ਹੀ ਤਰਪੈਲ ਪਈ ਹੋਵੇ ਤੇ ਦੀ ਆਹ ਤੋਂ ਬਾਅਦ ਤਰਪੈਲਾਂ ਪਈਆਂ ਨੇ। ਇਹ ਤੇ ਵੇਖੋ ਇਹਨਾਂ ਦੇ ਵੇਖਣਾ ਧੁੰਦ ਕਿੱਥੇ ਪੈਂਦੀ ਜਾਂਦੀ। ਜੇ ਧੁੰਦ ਦੇ ਤਰਪਾਲ ਹੀ ਪੈਣੀ ਤਰਪਾਲ ਵਗਦੀ ਹੁੰਦੀ ਆ। ਸਹੀ ਗੱਲ। ਇਸ ਕਰਕੇ ਮੇਰੇ ਤਾਂ ਦੱਸਣ ਦਾ ਮਤਲਬ ਹੈ ਕਿ ਤੁਸੀਂ ਅੱਜ ਤੋਂ ਇਸ ਗੱਲ ਨੂੰ ਸ਼ੁਰੂ ਕਰਨਾ, ਆਪਣੇ ਦਿਲ ਤੇ ਦਿਮਾਗ ਵਿੱਚ ਰੱਖਣਾ ਹੈ ਕਿ ਸਾਡੀਆਂ ਕਿੰਨੀਆਂ ਟੀਮਾਂ ਜਿਹੜੀਆਂ ਅਸੀਂ ਬਾਗ ਦੇ ਵਿੱਚ ਕੰਮ ਕਰ ਰਹੀਆਂ। 4 ਟੀਮਾਂ ਜੀ। ਕਿੰਨੀਆਂ ਟੀਮਾਂ ਕੰਮ ਕਰਦੀਆਂ? 4 ਟੀਮਾਂ ਕੰਮ ਕਰਦੀਆਂ ਹਨ। ਠੀਕ ਆ ਨਾ। ਤੇ 4 ਟੀਮਾਂ ਦੇ ਵਿੱਚੋਂ 3 ਟੀਮਾਂ ਤੇ ਆ ਗਿਆ ਤੇ ਪਰ ਇੱਕ ਟੀਮ ਜਿਹੜੀ ਅੱਜ ਬਾਗ ਤੋਂ ਬਾਹਰ ਆ। ਹਾਲੇਲੂਇਆ। ਇਹ ਖਿਆਲ ਕਰਨਾ ਕਿ ਸਾਡੀਆਂ 4 ਟੀਮਾਂ ਜਿਹੜੀਆਂ ਹੈ ਇਹ 4 ਟੀਮਾਂ ਨੂੰ ਇੱਕੋ ਜਿਹਾ ਹੀ ਪ੍ਰਭੂ ਨੇ ਨਾਮ ਦੇਣਾ ਹੈ। ਇੱਕੋ ਜਿਹਾ ਹੀ ਦਿਹਾੜੀ ਜਿਹੜੀ ਇੱਕੋ ਜਿਹਾ ਇਹਨਾਂ ਦਾ ਕੰਮ ਸ਼ੁਰੂ ਕਰਨਾ ਹੈ। ਪਰ ਇਹ ਕੋੜ ਨਹੀਂ ਕਰਨੀ। ਅਸੀਂ ਇੱਕ ਦੂਜੇ ਤੇ ਟਿੱਕੀ ਟਿੱਪਣਾ ਨਹੀਂ ਕਰਨੀ। ਗੱਲ ਮਤਲਬ ਕਿ ਨੁਕਤੇ ਜਿਹਾ ਨਹੀਂ ਕਰਨੀ ਕਿਉਂਕਿ ਪਹਿਲਾਂ ਸੀ ਮੈਂ ਪਹਿਲਾਂ ਸਾਡੇ ਬਾਅਦ ਚ ਆਇਆ, ਮੈਂ ਬਾਅਦ ਚ ਆਇਆ ਤੇ ਪਹਿਲਾਂ ਆ ਗਿਆ। ਇਦਾਂ ਨਹੀਂ ਕੋਈ ਵੀ ਖੁਦਾ ਦੇ ਵਚਨ ਦੇ ਅਨੁਸਾਰ ਜੇ ਤੁਸੀਂ ਇਹ ਗੱਲ ਕਰੋਗੇ ਤੇ ਫਿਰ ਇਹਦਾ ਮਤਲਬ ਕਿ ਤੁਸੀਂ ਆ ਵਚਨ ਦੇ ਕੀ ਕਰਦੇ ਹੋ? ਸਾਰੇ ਬੋਲੋ ਜੇ ਅਸੀਂ ਇਦਾਂ ਨਹੀਂ ਆਪਣੇ ਦਿਲ ਵਿੱਚ ਕੋ ਰੰਜਿਸ਼ ਰੱਖਾਂਗੇ ਤੇ ਫਿਰ ਇਹਦੇ ਖਿਲਾਫ ਤੁਸੀਂ ਬੋਲਦੇ ਜੋ। ਮੈਂ ਤੁਹਾਨੂੰ ਦੱਸਿਆ ਕਿ ਆਪਣੇ ਕੋਲੋਂ ਗੱਲ ਕੋਈ ਨਹੀਂ ਕਰਨੀ। ਮੈਂ ਜਦੋਂ ਵੀ ਤੁਹਾਨੂੰ ਵਚਨ ਦੇਣਾ ਸਾਰਾ ਕਿੱਥੋਂ ਦੇਣਾ ਹੈ? ਬਾਈਬਲ ਦੇ ਵਿੱਚੋਂ। ਬਾਈਬਲ ਚੋਂ ਵਚਨ ਦੇ ਜਾ ਕੇ ਤੁਹਾਡੇ ਦਿਮਾਗ 'ਚ ਵਚਨ ਪੈ ਜੇ, ਆਪਣੀ ਗੱਲ ਸਿਖਾਈ ਨਿਕਲ ਜਾਣੀ ਹੈ ਪਰ ਵਚਨ ਦੀ ਗੱਲ ਜਿਹੜੀ ਆ ਉਹ ਤੁਹਾਡੇ ਕੋਲ ਬਣੀ ਰਹੇਗੀ। ਠੀਕ ਆ ਨਾ। ਤੇ ਧਿਆਨ ਰੱਖਣਾ ਇਸ ਗੱਲ ਦਾ ਕਿ ਵੱਡੇ ਨੂੰ ਵੱਡੇ ਦਾ ਆਦਰ ਦਿਓ, ਛੋਟੇ ਨੂੰ ਛੋਟੇ ਦਾ ਦਿਓ। ਜਿੱਦਾਂ ਦਾ ਆਦਰ ਹੈਗਾ ਉਦਾਂ ਦਾ ਆਦਰ ਦਿਓ। ਕਹਿੰਦਾ ਮਤਲਬ ਕਿ ਆਪਣਾ ਰਿਸ਼ਤਾ ਨਾ ਗਵਾਈਏ। ਹਾਲੇਲੂਇਆ। ਹਾਲੇਲੂਇਆ। ਜਿਹੜਾ ਵੱਡਾ ਹੈ ਉਹਦੀ ਵੱਡਿਆਂ ਦੀ ਜਗ੍ਹਾ ਤੇ ਇੱਜ਼ਤ ਕਰੀਏ, ਜਿਹੜਾ ਛੋਟਾ ਹੈ ਉਹਦੀ ਛੋਟਿਆਂ ਦੀ ਜਗ੍ਹਾ ਤੇ ਇੱਜ਼ਤ ਕਰੀਏ, ਜਿਹੜੀ ਸਾਡੇ ਤੋਂ ਮਾਤਾਵਾਂ ਦੇ ਬਰਾਬਰ ਹੈ ਉਹਦੀ ਮਾਵਾਂ ਦੇ ਤੌਰ ਤੇ ਇੱਜ਼ਤ ਕਰੀਏ। ਕਹਿੰਦਾ ਮਤਲਬ ਕਿ ਫੇਰ ਅਸੀਂ ਇੱਕ ਸਵਰਗ ਦੇ ਭਾਗੀ
ਬਣਾਂਗੇ। ਇੱਕ ਦੂਜੇ ਦਾ ਕੀ ਕਰਾਂਗੇ ਜੀ? ਬੋਲੋ ਕੀ ਕਰਾਂਗੇ ਜੀ? कारण ਤੁਸੀਂ ਨਹੀਂ ਬੋਲਦੇ, ਤੁਸੀਂ ਕੀ ਕਰਨਾ? ਇੱਕ ਦੂਜੇ ਦਾ ਸਾਰੇ ਬੋਲੀਏ ਇੱਕ ਦੂਜੇ ਦਾ ਤੁਹਾਡੀ ਆਵਾਜ਼ ਘੱਟ ਵਾ, ਮੇਰਾ ਖਿਆਲ ਉਹਨਾਂ ਜਾਲੀ ਵਾਲੇ ਦੇ ਰਹੇ ਭਾਈ ਆਵਾਜ਼। ਇੱਕ ਦੂਜੇ ਦਾ ਕੀ ਕਰਨਾ ਹੈ? ਆਪਣੇ ਤੋਂ ਜ਼ਿਆਦਾ ਇੱਕ ਦੂਜੇ ਦਾ ਆਦਰ ਕਰਨਾ ਹੈ। ਬੋਲੋ ਆਪਣੇ ਤੋਂ ਜ਼ਿਆਦਾ ਇੱਕ ਦੂਜੇ ਦਾ ਆਦਰ ਕਰਨਾ ਕੀ ਕਰਨਾ ਹੈ? ਆਦਰ ਕਰਨਾ। ਤੇ ਫੇਰ ਖੁਦਾ ਸਾਨੂੰ ਕੀ ਦੇਵੇਗਾ? ਬਰਕਤ ਦੇਵੇਗਾ। ਅਸੀਂ ਹੁਣ ਇਹ ਭਾਈਆਂ ਦੇ ਕੋਲ ਜਾਣੇ ਆਵਾਜ਼ ਕੀਤੀ ਜਾ ਰਹੀ, ਤੁਹਾਡੀ ਘਰ ਵਾਲੀ ਆਵਾਜ਼। ਇਹ ਕੀ ਭਾਈ ਜੀ, ਅਸੀਂ ਪਹਿਲਾਂ ਕੀ ਕਰਨਾ ਹੈ? ਇੱਕ ਦੂਜੇ ਦਾ ਆਦਰ ਕਰਨਾ ਜੀ। ਇੱਕ ਦੂਜੇ ਦਾ ਕਿੱਦਾਂ ਕਰਨਾ ਹੈ? ਜਿੱਦਾਂ ਆਪਣੇ ਆਪ ਨੂੰ ਕਰਦੇ ਜੀ। ਅਸੀਂ ਉਹ ਬੀਬੀਆਂ ਨੇ ਸਹੀ ਬੋਲਤਾ, ਪਰ ਤੁਹਾਡੇ ਕੋਲ ਜੇ ਸਮਝ ਲੱਗੇ ਤਾਂ ਮਤਲਬ ਤੁਹਾਡਾ ਖਿਆਲ ਨਹੀਂ ਮੇਰੇ ਵੱਲ ਹੁੰਦਾ। ਅਸੀਂ ਬੋਲਿਆ ਹੈ ਕਿ ਆਪਣੇ ਤੋਂ ਜ਼ਿਆਦਾ ਦੂਜੇ ਦਾ ਕੀ ਕਰਨਾ ਹੈ। ਹੁਣ ਬੋਲੋ ਭਲਾ, ਆਪਣੇ ਤੋਂ ਦੂਜੇ ਦਾ ਜ਼ਿਆਦਾ ਆਦਰ ਕਰਨਾ ਹੈ। ਉਹਨਾਂ ਆਪਣਾ ਨਹੀਂ ਕਰਨਾ ਜਿੰਨਾ ਦੂਜੇ ਦਾ ਆਦਰ ਕਰਨਾ। ਫੇਰ ਖੁਦਾ ਸਾਨੂੰ ਕੀ ਦੇਗਾ? ਬਰਕਤ ਦੇਗਾ। ਤਾੜੀਆਂ ਨਹੀਂ ਜ਼ੋਰ ਨਾਲ हालेलुया। सब करके अपने शरण चाहिए, दुआ करिए। पांच साल आइए सब अपने घर बंद करें, दुआ करिए आज के वचन से। थैंक यू जीसस, ग्लोरी फादर। खुदावंद प्रभु तुम्हारी जिंदा पाक हजूर की चौथे हो खुदावंद प्रभु, तू महान है, तू जीवित है, जलाती खुदा प्रभु करे दास से सुंदर वचन सुनाया प्रभु। अपने दास को और बहुत इस्तेमाल कर प्रभु। तू महान है खुदावंद प्रभु जी, जिन्हें प्रभु ये वचन सुना प्रभु इन जीवन ਵਿੱਚ प्रभु 100 गुना फल लेके पिता परमेश्वर ये वचन साबित तेरी तरक्की ਦੇ ਵਾਸਤੇ पिता परमेश्वर खुदावंद ये वचन प्रभु ਇਹਦੇ ਸਿੱਖ ਚੱਲਣ ਵਾਲੇ ਬਣ ਜਾਈਏ खुदावंद प्रभु। सब ते बड़ी कृपा बड़ी बड़ी दाजे अपने दास की और प्रभु वचन ਦੇ ਕਹਿਣ ਤੇ ਪੇ ਦੇ ਆਗਦਾ ਥੰਮ